1984 ਸਿੱਖ ਕਤਲੇਆਮ ਦਾ ਦਰਦ ਦਿੱਲੀ ਦੇ ਤਿਲਕ ਵਿਹਾਰ ਦੀ ਵਿਧਵਾ ਕਲੋਨੀ ਵਜੋਂ ਜਾਣੇ ਜਾਂਦੇ ਇਸ ਇਲਾਕੇ ਦੇ ਵਿੱਚ ਅੱਜ ਵੀ ਸ਼ਿੱਦਤ ਦੇ ਨਾਲ ਮਹਿਸੂਸ ਹੁੰਦਾ ਹੈ। 36 ਵਰਿਆਂ ਦਾ ਲੰਬਾ ਸਮਾਂ ਉਹ ਜ਼ਖਮ ਨਹੀਂ ਭਰ ਸਕਿਆ ਜੋ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਵਿੱਚ ਸਿੱਖ ਭਾਈਚਾਰੇ ਨੂੰ ਮਿਲੇ ਸਨ ਅਤੇ ਉਸ ਤੋਂ ਵੀ ਵੱਡੀ ਸਿਤਮ ਜ਼ਰੀਫੀ ਕੀ ਪੰਥਕ ਕਹਾਉਂਦੀਆਂ ਧਿਰਾਂ ਉਹਨਾਂ ਜ਼ਖਮਾਂ ਤੇ ਮੱਲਮ ਬਹਾਨੇ ਸਿਆਸੀ ਰੋਟੀਆਂ ਸੇਕਦੀਆਂ ਰਹੀਆਂ। ਕੇਸ ਲੜਦਿਆਂ ਵਕੀਲ ਆਪਣਾ ਧੰਦਾ ਸਥਾਪਿਤ ਕਰਦੇ ਗਏ, ਮੀਡੀਆ TRP ਵਸੂਲ ਕਰ ਗਈ, ਪਰ ਅੱਜ ਵੀ ਕਤਲੇਆਮ ਪੀੜਤਾਂ ਦੀ ਹਾਲਤ ਬਦ ਤੋਂ ਬਦਤਰੀਨ ਹੈ। ਇਹ ਅੱਖਾਂ ਰੋ ਰੋ ਪੱਥਰ ਹੋ ਚੁੱਕੀਆਂ ਨੇ। ਇਹਨਾਂ ਅੱਖਾਂ ਨੇ ਆਪਣਿਆਂ ਨੂੰ ਅੱਖਾਂ ਸਾਹਮਣੇ ਬੇਰਹਿਮੀ ਦੇ ਨਾਲ ਕਤਲ ਹੁੰਦੇ ਹੋਏ ਵੇਖਿਆ ਹੈ। ਇਹ ਮਾਸੂਮ ਅੱਖਾਂ ਸਵਾਲ ਪੁੱਛ ਰਹੀਆਂ ਨੇ। ਭਵਿੱਖ ਹਨੇਰਾ ਹੈ, ਘਰ ਵਿੱਚ ਗੁਰਬਤ ਪਸਰੀ ਹੋਈ ਹੈ। ਮੁੱਕਦੀ ਗੱਲ ਇਹ ਹੈ ਕਿ ਤੱਥ ਹੀ ਇਸ ਕਲੋਨੀ ਦੇ ਸੰਤਾਪ ਨੂੰ ਬਿਆਨ ਕਰ ਦਿੰਦੇ ਨੇ ਕਿ ਪਿਛਲੇ 3-4 ਦਹਾਕਿਆਂ ਤੋਂ ਇੱਥੇ ਇੱਕ ਵੀ ਘਰ ਤੁਹਾਨੂੰ ਅਜਿਹਾ ਨਹੀਂ ਮਿਲੇਗਾ ਜਿੱਥੋਂ ਕੋਈ ਪੜ੍ਹ ਲਿਖ ਕੇ ਡਾਕਟਰ, ਵਕੀਲ, ਪ੍ਰੋਫੈਸਰ, ਪਾਇਲਟ, ਇੰਜੀਨੀਅਰ ਜਾਂ ਕਿਸੇ ਉੱਚੇ ਮੁਕਾਮ ਤੱਕ ਪਹੁੰਚਿਆ ਹੋਵੇ ਅਤੇ ਇਹ ਅੰਕੜੇ ਹੈਰਾਨ ਕਰਨ ਵਾਲੇ ਨੇ। ਇੱਥੇ ਬਹੁਤੇ ਪਰਿਵਾਰਾਂ ਦੀ ਮਹੀਨੇ ਦੀ ਆਮਦਨ ਬਾਮੁਸ਼ਕਿਲ 10 ਤੋਂ 20 ਹਜ਼ਾਰ ਦੇ ਕਰੀਬ ਹੈ। ਸਿੱਖ ਨਿਊਜ਼ ਐਕਸਪ੍ਰੈਸ ਦੀ ਟੀਮ ਨੇ ਤਿਲਕ ਵਿਹਾਰ ਦੀ ਇਸ ਵੀਡੀਓ ਕਲੋਨੀ ਦਾ ਗਰਾਊਂਡ ਜ਼ੀਰੋ ਤੋਂ ਜਾਇਜ਼ਾ ਲਿਆ ਤਾਂ ਰੂਹ ਝੰਜੋੜ ਦੇਣ ਵਾਲੇ ਖੁਲਾਸੇ ਹੋਏ ਹਨ। ਸਾਡੇ ਵੱਲੋਂ ਕੀਤੇ ਗਏ ਰਿਐਲਿਟੀ ਚੈੱਕ ਦਾ ਮਕਸਦ ਇਹ ਪਤਾ ਲਾਉਣਾ ਸੀ ਕਿ 1984 ਕਤਲੇਆਮ ਪੀੜਤ ਪਰਿਵਾਰਾਂ ਦੇ ਵਿੱਚੋਂ ਕੋਈ ਇੱਕ ਵੀ ਪਰਿਵਾਰ ਸਫਲਤਾ ਦੇ ਮੁਕਾਮ ਤੇ ਪਹੁੰਚਿਆ ਹੈ ਜਾਂ ਫਿਰ ਨਹੀਂ, ਪਰ ਜੋ ਜਵਾਬ ਮਿਲੇ ਉਹ ਹੈਰਾਨ ਕਰ ਗਏ। ਇਸ ਸਮੇਂ ਮੈਂ ਮੌਜੂਦ ਹਾਂ ਦਿੱਲੀ ਦੀ ਤਿਲਕ ਵਿਹਾਰ ਕਲੋਨੀ ਦੇ ਵਿੱਚ, ਜਿਹਨੂੰ ਵਿਡੋ ਕਲੋਨੀ ਵੀ ਕਿਹਾ ਜਾਂਦਾ ਹੈ, ਤੇ ਉੱਥੇ ਦਾ ਗੁਰਦੁਆਰਾ ਹੈਗਾ ਸ਼ਹੀਦਾ ਗੰਜ। 84 ਦੀ ਜੋ ਸ਼ਹੀਦ ਹੋਏ ਸੀਗੇ ਕਤਲੇਆਮ ਦੇ ਵਿੱਚ, ਉਹਨਾਂ ਦੀ ਯਾਦ 'ਚ ਬਣਿਆ। ਤੇ ਮੈਂ ਜਦੋਂ ਇੱਥੇ ਸਟੋਰੀ ਸਕਾਊਟਿੰਗ ਵਾਸਤੇ ਆਇਆ ਸੀਗਾ ਤੇ ਮੇਰੇ ਮਨ ਦਾ ਉਹ ਸੀਗਾ ਕਿ 36-37 ਸਾਲ ਹੋ ਗਏ। ਜਿਹੜੀ ਪਹਿਲੀ ਜਨਰੇਸ਼ਨ ਸੀਗੀ ਉਹ ਤਾਂ ਕਤਲੇਆਮ 'ਚ ਮਾਰੀ ਗਈ, ਦੂਜੀ ਜਨਰੇਸ਼ਨ ਗੁਰਬਤ ਦੇ ਵਿੱਚ ਸੀਗੀ। ਮੈਂ ਦੇਖਣ ਆਇਆ ਸੀਗਾ ਕਿ ਤੀਜੀ ਜਨਰੇਸ਼ਨ ਜਿਹੜੀ ਹੈਗੀ ਹੈ ਜਾਂ ਕੋਈ ਇੱਥੇ ਕੋਈ ਐਵੇਂ ਦਾ ਕੋਈ ਸਕਸੈਸ ਸਟੋਰੀ ਹੈਗੀ ਹੈ ਜਿਹੜਾ ਕੋਈ ਬੱਚਾ ਕੋਈ ਇੱਦਾਂ ਦੇ ਆਲ ਦਾ ਔਡ ਸਿਚੁਏਸ਼ਨ ਹੋਣ ਦੇ ਬਾਵਜੂਦ ਵੀ ਕਿਸੇ ਪੈਡੈਸਟਲ ਤੇ ਪਹੁੰਚਿਆ ਹੋਵੇ। ਸਾਡੀ ਕੋਈ ਵੀ ਇੱਦਾਂ ਦਾ ਇਲੈਕਸ਼ਨ ਹੋਵੇ, ਚਾਹੇ ਉਹ ਨੈਸ਼ਨਲ ਲੈਵਲ ਦਾ ਇਲੈਕਸ਼ਨ ਹੋਵੇ, ਚਾਹੇ SGPC ਦਾ ਇਲੈਕਸ਼ਨ ਹੋਵੇ, ਚਾਹੇ ਦਿੱਲੀ ਕਮੇਟੀ ਦਾ ਹੋਵੇ, ਚਾਹੇ MCD ਦਾ ਹੋਵੇ, ਕੋਈ ਵੀ ਇੱਦਾਂ ਦਾ ਇਲੈਕਸ਼ਨ ਨਹੀਂ ਜਾਂਦਾ ਜਿੱਥੇ 84 ਦਾ ਜ਼ਿਕਰ ਨਾ ਹੋਵੇ ਜਾਂ 84 ਨੂੰ ਵਰਤਿਆ ਨਾ ਜਾਵੇ ਕੋਈ ਵੀ ਲੀਡਰ ਵੱਲੋਂ, ਚਾਹੇ ਸਿੱਖ ਲੀਡਰ ਹੋਣ ਚਾਹੇ ਦੂਜੇ ਹੋਣ। ਉਸ ਦੇ ਬਾਵਜੂਦ ਵੀ ਆਈ ਵਾਸ ਸਰਪ੍ਰਾਈਜ਼ ਟੂ ਫਾਈਂਡ ਕਿ ਇੱਥੇ ਇੱਕ ਵੀ ਮੈਨੂੰ ਕੋਈ ਇੱਦਾਂ ਦੀ ਸਕਸੈਸ ਸਟੋਰੀ ਨਹੀਂ ਲੱਭੀ ਜਿਹਨੂੰ ਮੈਂ ਕਹਿ ਸਕਾਂ ਕੋਈ ਬੱਚਾ ਇੱਥੇ ਕੋਈ ਪਾਇਲਟ ਬਣਿਆ ਹੋਵੇ, ਇੰਜੀਨੀਅਰ ਬਣਿਆ ਹੋਵੇ, ਕੋਈ ਪ੍ਰੋਫੈਸਰ ਬਣਿਆ ਹੋਵੇ, IIT ਦੇ ਵਿੱਚ ਵੱਡੇ ਇੰਸਟੀਚਿਊਟ ਤੱਕ ਪਹੁੰਚਿਆ ਹੋਵੇ, ਕੋਈ PhD ਲੈਵਲ ਤੱਕ ਪਹੁੰਚਿਆ ਹੋਵੇ, ਜਾਂ ਨਾਰਥ ਕੈਂਪਸ ਦੇ ਕਿਸੇ ਵੱਡੇ ਕਾਲਜ ਤੱਕ ਪਹੁੰਚਿਆ ਹੋਵੇ, ਜਾਂ ਕਿਸੇ ਵੱਡੀ MNC 'ਚ ਪਹੁੰਚਿਆ ਹੋਵੇ, ਜਾਂ ਕਿਸੇ ਵੱਡੇ ਲੈਵਲ ਦਾ ਬਿਜ਼ਨਸਮੈਨ ਬਣਿਆ ਹੋਵੇ। ਅਤੇ ਜੋ ਆਪਣੇ ਕੈਮਰੇ ਦੀ ਜ਼ੁਬਾਨੀ ਅਸੀਂ ਵੇਖਿਆ ਉਹ ਵੱਡੇ ਸਵਾਲ ਖੜੇ ਕਰਦਾ ਹੈ ਸਾਡੀਆਂ ਨੁਮਾਇੰਦਿਆਂ, ਸੰਸਥਾਵਾਂ ਅਤੇ ਸਾਡੀ ਸਿਆਸੀ ਨਿਜ਼ਾਮ ਅਤੇ ਸਾਡੇ ਪੰਥਕ ਰਹਿਬਰਾਂ ਦੇ ਉੱਪਰ। ਉਹ ਮਾੜਾ ਦੌਰ ਪੂਰੀ ਜ਼ਿੰਦਗੀ ਤਬਾਹ ਕਰ ਗਿਆ। ਇੱਕ ਪੀੜ੍ਹੀ ਉਸ ਦੌਰ ਨੇ ਨਿਕਲ ਕੇ ਰੱਖ ਲਈ ਅਤੇ ਦੂਸਰੀ ਗੁਰਬਤ ਦੀ ਭੇਟ ਚੜ੍ਹ ਗਈ ਅਤੇ ਸਭ ਤੋਂ ਵੱਡੀ ਤਰਾਸਦੀ ਤੀਜੀ ਪੀੜ੍ਹੀ ਸਾਹਮਣੇ ਵੀ ਉਹੀ ਸਵਾਲ ਜਿਉਂ ਦੇ ਤਿਉਂ ਬਰਕਰਾਰ ਹਨ। ਇਹ ਮਾਸੂਮ ਉਸ ਕਾਲੇ ਦੌਰ ਦਾ ਸੰਤਾਪ ਭੋਗ ਰਹੇ ਹਨ, ਪਰ ਪੰਥਕ ਲੀਡਰਾਂ ਦੇ ਕੋਲ ਵਕਤ ਕਿੱਥੇ। 36 ਸਾਲ ਬੀਤ ਗਏ, ਪਰ ਇਹਨਾਂ ਲਈ ਇਹ ਵਕਤ 36 ਸਦੀਆਂ ਦੇ ਬਰਾਬਰ ਹੈ। ਆਪਣੇ ਗਵਾਏ ਹਨ, ਘਰ ਕਾਰੋਬਾਰ ਸਭ ਤਬਾਹ ਹੋ ਗਏ। ਸਿਰਾਂ ਦੇ ਸਾਈਂ ਸਰਕਾਰੀ ਸ਼ੈ ਹਾਸਲ ਪੀੜ ਨੇ ਕਤਲ ਕਰ ਦਿੱਤੇ। ਪੰਥਕ ਧਿਰਾਂ ਵੀ ਮੂੰਹ ਮੋੜ ਕੇ ਖੜੋ ਗਈਆਂ। ਸੰਤਾਪ ਭੋਗਦੇ ਇਹ ਸਿੱਖ ਪਰਿਵਾਰ ਅੱਜ ਉਹਨਾਂ ਪੰਥਕ ਨੁਮਾਇੰਦਿਆਂ ਤੋਂ ਸਵਾਲ ਪੁੱਛ ਰਹੇ ਨੇ ਕਿ 36 ਸਾਲ ਬਾਅਦ ਵੀ ਕਤਲੇਆਮ ਪੀੜਤਾਂ ਦੀ 84 ਕਿਉਂ ਨਹੀਂ ਕੱਟੀ ਗਈ। 1984 ਕਤਲੇਆਮ ਦੇ 95% ਪੀੜਤ ਅੱਜ ਜ਼ਿੰਦਗੀ ਲਈ ਸੰਘਰਸ਼ ਕਰਨ ਨੂੰ ਮਜਬੂਰ ਹੋਏ ਪਏ ਨੇ। ਉਹਨਾਂ ਕੋਲ ਜ਼ਿੰਦਗੀ ਚਲਾਉਣ ਲਈ ਪੈਸੇ ਨਹੀਂ। ਇਹ ਦਿੱਲੀ ਮਿਨੋਰਟੀ ਕਮਿਸ਼ਨ ਦੇ ਵੱਲੋਂ ਕਰਵਾਏ ਇੱਕ ਸਰਵੇਖਣ ਦੇ ਅੰਕੜੇ ਨੇ। ਇਸ ਸਰਵੇਖਣ ਦਾ ਖੁਲਾਸਾ ਹੈ ਕਿ ਸਿੱਖ ਕਤਲੇਆਮ ਦੇ ਵਿੱਚੋਂ ਜੋ ਬਚੇ ਉਹਨਾਂ ਦੀ ਜ਼ਿੰਦਗੀ ਮੁੜ ਪੈਰਾਂ ਸਿਰ ਨਹੀਂ ਆ ਸਕੀ। ਇੱਥੇ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ, ਆਪਣੇ ਕੈਮਰਾਮੈਨ ਨੂੰ ਕਹਾਂਗਾ ਪਿੱਛੇ ਦੀ ਜਿਹੜੀ ਕਲੋਨੀਆਂ ਨੇ ਉਹਨਾਂ ਨੂੰ ਦਿਖਾਣ। 990 ਘਰ ਹੈਗੇ ਨੇ ਇੱਥੇ ਜਿਹੜੇ ਕਿ 1984 ਕਤਲੇਆਮ ਦੇ ਵਿਕਟਿਮਸ ਨੂੰ ਅਲਾਟ ਹੋਏ ਸੀਗੇ ਤੇ ਤਕਰੀਬਨ 3500 ਤੋਂ 4000 ਇੱਥੇ ਦੀ ਪੋਪੂਲੇਸ਼ਨ ਹੈ। ਦਿੱਲੀ ਮਿਨੋਰਟੀ ਕਮਿਸ਼ਨ ਦੀ ਇੱਕ ਰਿਪੋਰਟ ਹੈ 2020 ਦੀ, 58% ਜਿਹੜੇ ਲੋਕੀ ਹੈਗੇ ਨੇ ਉਹ
ਇਲਿਟਰੇਟ ਨੇ ਤੇ 25% ਤੋਂ ਵੱਧ ਜਿਹੜੇ ਲੋਕੀ ਹੈਗੇ ਨੇ ਉਹ 5ਵੀਂ ਪਾਸ ਤੱਕ ਪੜ੍ਹੇ ਨੇ ਤੇ 15% ਜਿਹੜੇ ਲੋਕੀ ਹੈਗੇ ਨੇ ਉਹ 10ਵੀਂ ਪਾਸ ਤੱਕ ਪੜ੍ਹੇ ਨੇ ਤੇ 4% ਲੋਕ ਨੇ ਜਿਹੜੇ 12ਵੀਂ ਪਾਸ ਤੱਕ ਪੜ੍ਹੇ ਨੇ ਤੇ 1% ਨੇ ਜਿਹੜੇ ਗ੍ਰੈਜੂਏਟ ਹੋਏ ਨੇ। ਸੋ ਕੀ ਗੱਲ ਹੈ, SGPC ਜੋ ਜਿਹਦਾ 1000 ਕਰੋੜ ਦਾ ਬਜਟ ਹੁੰਦਾ ਹੈ, DSGMC ਜਿਹਦਾ ਇੰਨਾ ਬਜਟ ਹੁੰਦਾ ਹੈ ਔਰ ਹਰ ਵਾਰੀ ਇਲੈਕਸ਼ਨ ਦੇ ਵਿੱਚ 84 ਦਾ ਮੁੱਦਾ ਹੁੰਦਾ ਹੈ, ਅਸੀਂ ਇਹਨਾਂ ਪਰਿਵਾਰਾਂ ਦੇ ਵਿੱਚ ਇੱਕ ਪਰਿਵਾਰ ਵੀ ਐਦਾਂ ਦਾ ਨਹੀਂ ਜਿਹਨੂੰ ਅਸੀਂ ਕਹਿ ਸਕੀਏ ਕਿ ਹਾਂ ਇਹ ਪੈਡੈਸਟਲ ਤੇ ਪਹੁੰਚੇ ਨੇ। ਬੱਚਿਆਂ ਦੀ ਪੜ੍ਹਾਈ, ਚੰਗਾ ਰੋਜ਼ਗਾਰ, ਘਰ ਦੇ ਖਰਚੇ ਚਲਾਉਣ ਤੋਂ ਅੱਜ ਵੀ ਅਸਮਰਥ ਹਨ। ਛੋਟੇ-ਮੋਟੇ ਕੰਮ ਧੰਦੇ ਕਰ ਘਰ ਦਾ ਖਰਚ ਚਲਾਉਣਾ ਹੀ ਰੋਜ਼ਮर्रा ਦੀ ਜ਼ਿੰਦਗੀ ਦਾ ਹਿੱਸਾ ਹੈ। ਇਹ ਮੈਨੂੰ ਅੱਜ ਤੱਕ ਸਮਝ ਨਹੀਂ ਆਇਆ ਕਿ ਇਹ 36 ਸਾਲ ਹੋ ਗਏ ਇਹਨਾਂ ਦੀ ਐਜੂਕੇਸ਼ਨ ਬਿਲਡਿੰਗ ਵਾਸਤੇ ਕੋਈ ਵੀ ਪਹਿਲੀ ਜਨਰੇਸ਼ਨ ਸਰਕਾਰ ਕਤਲੇਆਮ 'ਚ ਮਾਰੀ ਗਈ, ਦੂਜੀ ਗੁਰਬਤ ਦੇ ਵਿੱਚ, ਤੀਜੀ ਜਨਰੇਸ਼ਨ ਉੱਤੇ ਅਸੀਂ ਸਾਂਭ ਲਈਏ। ਅੱਜ ਮੈਨੂੰ ਕੁਝ ਐਦਾਂ ਦੇ ਬੱਚੇ ਵੀ ਮਿਲੇ ਨੇ ਜਿਨ੍ਹਾਂ ਨੂੰ ਸੁਣ ਕੇ ਮੈਨੂੰ ਇੱਕ ਅੰਦਰੋਂ ਇੱਕ ਪ੍ਰਾਊਡ ਫੀਲ ਵੀ ਹੋਇਆ। It will give you a glimpse of there is an immense pool of talent among these aspiring students. Their talent lies undetected and unrepresented. ਤੇ ਉਹਨਾਂ 'ਚ ਕਿੰਨਾ ਜੋਸ਼ ਹੈ ਤੇ ਕੋਈ ਸਿਵਲ ਸਰਵੈਂਟ IPS ਆਫੀਸਰ ਬਣਨਾ ਚਾਹੁੰਦਾ ਹੈ, ਕੋਈ ਮਕੈਨੀਕਲ ਇੰਜੀਨੀਅਰ ਬਣਨਾ ਚਾਹੁੰਦਾ ਹੈ, ਕੋਈ ਪ੍ਰੋਫੈਸਰ ਬਣਨਾ ਚਾਹੁੰਦਾ ਹੈ, ਪਰ ਉਹਨਾਂ ਦੀ ਘਰ ਦੀ ਆਰਥਿਕ ਅਵਸਥਾ ਇੰਨੀ ਕਮਜ਼ੋਰ ਹੈ ਕਿ ਉਹ ਇਸ ਦਾ ਸਿਰਫ ਸੁਪਨਾ ਹੀ ਲੈ ਪਾਉਂਦੇ ਨੇ। ਅੱਜ ਅਸੀਂ ਇਹਨਾਂ ਬੱਚਿਆਂ ਨੂੰ ਤੁਹਾਨੂੰ ਮਿਲਵਾਵਾਂਗੇ ਤੇ ਜਾਣਾਂਗੇ ਇਹਨਾਂ ਦੇ ਕੀ ਸੁਪਨੇ ਨੇ, ਜਿਹੜੀ ਐਟਲੀਸਟ ਤੀਜੀ ਜਨਰੇਸ਼ਨ ਹੈ ਇਹਨੂੰ ਵੀ ਸਾਡੇ ਜਿਹੜੇ ਸਿੱਖ ਇੰਸਟੀਟਿਊਸ਼ਨਸ ਨੇ ਉਹ ਨਹੀਂ ਸਾਂਭ ਸਕਦੇ। ਸਪਿਰਿਟ ਵੀ ਹੈ, ਟੈਲੈਂਟ ਵੀ ਹੈ, ਬਟ ਇਹਨਾਂ ਕੋਲ ਗੁਰਬਤ ਦੀ ਮਾਰ ਹੈ ਜਿਸ ਦੇ ਕਾਰਨ ਇਹ ਨਹੀਂ ਪੜ੍ਹ ਪਾ ਰਹੇ ਤੇ ਆਪਣੇ ਸੁਪਨੇ ਨਹੀਂ ਪੂਰੇ ਕਰ ਪਾ ਰਹੇ। ਉਹ ਤੁਹਾਨੂੰ ਇਹਨਾਂ ਨਾਲ ਮਿਲਵਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰਜਨੀ ਕੌਰ ਤੇ ਮੇਰੀ ਸਿਸਟਰ ਗੁਰਪ੍ਰੀਤ ਕੌਰ, ਅਸੀਂ ਦੋਨੋਂ ਸਿਸਟਰ ਅੰਮ੍ਰਿਤਧਾਰੀ ਹੈਗੇ ਹਾਂ। ਮੈਂ 1984 ਦੰਗੇ ਪੀੜਤ ਪਰਿਵਾਰ ਤੋਂ ਬਿਲੋਂਗ ਕਰਦੀ ਹਾਂ। ਮੇਰਾ ਨਾਮ ਸਿਮਰਨ ਕੌਰ ਹੈ। ਮੈਂ 1984 ਫੈਮਿਲੀ ਤੋਂ ਬਿਲੋਂਗ ਕਰਦੀ ਹਾਂ, ਵਿਡੋ ਕਲੋਨੀ ਤਿਲਕ ਵਿਹਾਰ ਤੋਂ। ਮੈਂ ਜਦ 2 ਇਅਰ ਦੀ ਸੀ ਤੇ ਮੇਰੇ ਫਾਦਰ ਦੀ ਡੈਥ ਹੋ ਗਈ ਸੀ। मैं मनप्रीत सिंह 1984 विक्टिम परिवार तो बिलोंग करता हूँ। मैं तिलक विहार विडो कॉलोनी में रहता हूँ। मेरा नाम आरती कौर है, मैं विडो पीड़ित परिवार तो बिलोंग करती हाँ। मेरा नाम नीशा कौर है ते मैं 1984 पीड़ित कलोनी तो बिलोंग करती हाँ। मैं तो मेरी सिस्टर ਅਸੀਂ ਸਿਵਲ ਸਰਵਿਸਿਜ਼ ਐਗਜ਼ਾਮ ਦੀ ਪ੍ਰੀਪਰੇਸ਼ਨ ਕਰਨਾ ਚਾਹੁੰਦੇ ਹਾਂ, ਗਵਰਨਮੈਂਟ ਐਗਜ਼ਾਮ ਦੇਣਾ ਚਾਹੁੰਦੇ ਹਾਂ ਤੇ ਹੁਣ ਮੈਂ ਨਰਸਿੰਗ ਦਾ ਕੋਰਸ ਕਰਨਾ ਚਾਹੁੰਦੀ ਹਾਂ। डिप्लोमा होल्डर ਤੇ ਹੁਣ ਮੈਂ ਜਗਵਾਰ ਲੈਂਡ ਰੋਵਰ ਕੰਪਨੀ ਵਿੱਚ ਐਜ਼ ਅ ਟ੍ਰੇਨਿੰਗ ਕੰਮ ਕਰ ਰਿਹਾ। ਅਪਗ੍ਰੇਡੇਸ਼ਨ ਵਾਸਤੇ ਮੈਨੂੰ ਬੀਟੈਕ ਕਰਨੀ ਬਹੁਤ ਹੀ ਜ਼ਰੂਰੀ ਹੈ ਤੇ ਮੇਰਾ ਏਮ ਹੈ ਕਿ ਮੈਂ ਟੀਚਰ ਬਣਾ ਔਰ ਸਕਸੈਸਫੁਲ ਹੋਵਾਂ। टीचर बनना चाहती हाँ। मैं टीचर बनना चाਹੁੰਦੀ ਹਾਂ। ਫੈਮਿਲੀ ਦੀ ਆਰਥਿਕ ਕੰਡੀਸ਼ਨ ਇੰਨੀ ਨਹੀਂ ਹੈਗੀ ਆ ਕਿ ਸਾਨੂੰ ਇਹ ਐਜੂਕੇਸ਼ਨ ਅਫੋਰਡ ਕਰ ਸਕੇ। ਮੰਮੀ ਨੇ ਪੜਾਇਆ ਲਿਖਾਇਆ ਤੇ 12th ਪਾਸ ਕਰਵਾਈ, ਗ੍ਰੈਜੂਏਸ਼ਨ ਕਰਵਾਈ, ਪਰ ਮੇਰੇ ਘਰ ਦੀ ਆਰਥਿਕ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਹੈ ਕਿਉਂਕਿ ਮੰਮੀ ਸਾਰਾ ਘਰ ਸਾਂਭਦੇ ਨੇ। ਮੰਮੀ ਫੈਕਟਰੀ ਵਰਕਰ ਨੇ, ਫੈਕਟਰੀ 'ਚ ਜੌਬ ਕਰਦੇ ਨੇ ਜਿਹਦੇ 'ਚ ਪਰ ਮੰਥ ਸਿਰਫ 5000 ਮਿਲਦੇ ਨੇ, ਜਿਹਦੇ ਕਾਰਨ ਮੈਂ ਕੋਰਸ ਨਹੀਂ ਕਰ ਪਾ ਰਹੀ। ਮੈਂ ਹੁਣੇ 12th ਪਾਸ ਕੀਤੀ ਹੈ ਤੇ ਮੈਂ ਬਹੁਤ ਚੰਗੇ ਨੰਬਰਾਂ ਤੋਂ ਪਾਸ ਹੋਈ ਹਾਂ ਤੇ ਮੇਰੀ ਪਰਿਵਾਰ ਦੀਆਂ ਆਰਥਿਕ ਤੰਗੀਆਂ ਇੰਨੀਆਂ ਨੇ ਕਿ ਮੈਂ ਅੱਗੇ ਪੜ੍ਹ ਨਹੀਂ ਸਕਦੀ। ਪਰ ਮੇਰੇ ਪਾਪਾ ਫੈਕਟਰੀ 'ਚ ਨੇ ਔਰ ਮੇਰੇ ਚਾਚਾ ਸਕੂਟਰ ਚਲਾਉਂਦੇ ਨੇ। ਉਹਨਾਂ ਦੀ ਇੰਨੀ ਫਾਈਨੈਂਸ਼ੀਅਲ ਕੰਡੀਸ਼ਨ ਠੀਕ ਨਹੀਂ ਹੈਗੀ ਕਿ ਮੈਂ ਅੱਗੇ ਕੁਝ ਕਰ ਸਕਾਂ। ਹੁਣੇ ਮੇਰੀ 12th ਕਲੀਅਰ ਹੋਈ ਹੈ ਤੇ ਘਰ ਦੀ ਆਰਥਿਕ ਕੰਡੀਸ਼ਨ ਖਰਾਬ ਹੋਣ ਕਰਕੇ ਮੈਂ ਟੀਚਰ ਦੀ ਲਾਈਨ 'ਚ ਨਹੀਂ ਜਾ ਸਕਦੀ। ਤੇ ਮੇਰੇ ਘਰ ਦੀ ਹਾਲਤ ਇੰਨੀ ਚੰਗੀ ਨਹੀਂ ਹੈ। ਮੇਰੇ ਪਾਪਾ ਗੁਰਦੁਆਰਾ ਸ਼੍ਰੀ ਗੁਰੂ ਸ਼ਹੀਦ ਗੰਜ ਸਾਹਿਬ ਵਿਖੇ ਸੇਵਾਦਾਰ ਹਨ ਤੇ ਮੇਰੇ ਫਾਦਰ ਸਾਹਿਬ ਜੋ ਕਿ ਪਾਰਟੀ ਸਿੰਘ ਨੇ, ਉਹਨਾਂ ਦੀ ਆਮਦਨ ਲਗਭਗ 10000 ਦੇ ਕਰੀਬ ਹੈ। ਅੱਗੇ ਮੇਰੀ ਜੌਬ ਦੀ ਅਪਗ੍ਰੇਡੇਸ਼ਨ ਵਾਸਤੇ ਮੈਨੂੰ ਬੀਟੈਕ ਕਰਨੀ ਪਏਗੀ, ਜਿਹਦਾ ਖਰਚਾ ਮੇਰੇ ਫੈਮਿਲੀ ਵਾਲੇ ਜਾਂ ਮੇਰੇ ਫਾਦਰ ਸਾਹਿਬ ਅਫੋਰਡ ਨਹੀਂ ਕਰ ਸਕਦੇ। ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਜਥੇਬੰਦੀ ਤੇ ਸਿੱਖ ਕਮਿਊਨਿਟੀ ਅੱਗੇ ਮੈਂ ਇਹ ਬੇਨਤੀ ਕਰਦੀ ਹਾਂ, ਇਹ ਰਿਕੁਐਸਟ ਕਰਦੀ ਹਾਂ ਕਿ ਤੁਸੀਂ ਸਾਨੂੰ ਜਿੰਨਾ ਹੋ ਸਕੇ ਉਹਨਾਂ, ਅਗਰ ਸਾਨੂੰ ਐਜੂਕੇਸ਼ਨ 'ਚ ਤੁਸੀਂ ਹੈਲਪ ਕਰੋਗੇ ਮੇਰੀ ਤੇ ਮੇਰੀ ਸਿਸਟਰ ਦੀ, ਤੇ ਤੁਹਾਡੇ ਅੱਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਹੋਏਗਾ। ਤੇ ਅੱਗੇ ਇਹ ਮਤਲਬ ਕਿ ਕੁੜੀਆਂ ਹੋ ਕੇ ਵੀ ਅਸੀਂ ਕੁਝ ਕਰਨਾ ਚਾਹੁੰਦੇ ਹਾਂ ਆਪਣੇ ਦੇਸ਼ ਲਈ, ਆਪਣੇ ਸਿੱਖ ਕੌਮ ਲਈ। ਮੈਂ ਦਿੱਲੀ ਗੁਰਦੁਆਰਾ ਸਿੱਖ ਕਮੇਟੀ ਅੱਗੇ ਬੇਨਤੀ ਕਰਦੀ ਹਾਂ ਕਿ ਇਹ ਕੋਰਸ ਮੈਨੂੰ ਕਰਾਇਆ ਜਾਏ। ਬੇਨਤੀ ਹੈ ਕਿ ਮੇਰੀ ਬੀਟੈਕ ਕਰਾਉਣ 'ਚ ਮੇਰੀ ਹੈਲਪ ਕਰਨ ਤਾਂ ਕਿ ਮੈਂ ਚੰਗਾ ਮਕੈਨੀਕਲ ਇੰਜੀਨੀਅਰ ਬਣ ਸਕਾਂ। ਬਹੁਤੇ ਨੌਜਵਾਨ ਆਟੋ ਰਿਕਸ਼ਾ ਚਲਾ ਰਹੇ ਨੇ ਅਤੇ ਕੋਈ ਈ ਰਿਕਸ਼ਾ ਅਤੇ ਕੋਈ ਮਿਹਨਤ ਮਜ਼ਦੂਰੀ ਕਰਨ ਨੂੰ ਮਜਬੂਰ ਹੈ। ਸਿੱਖ ਸੰਸਥਾਵਾਂ ਦੇ ਵੱਲੋਂ ਕੋਈ ਮਦਦ ਹਾਸਿਲ ਨਹੀਂ ਹੈ।
ਮੈਨੂੰ ਇੱਥੇ ਦੇ ਲੋਕਾਂ ਨੇ ਦੱਸਿਆ ਤਕਰੀਬਨ 80 ਤੋਂ 82% ਜਿਹੜੇ ਇੱਥੇ ਦੇ 35 ਤੋਂ 40 ਸਾਲ ਜਾਂ 25 ਸਾਲ ਦੇ ਜਿਹੜੇ ਨੌਜਵਾਨ ਹੈਗੇ ਨੇ ਉਹ ਆਟੋ ਰਿਕਸ਼ਾ ਚਲਾਉਂਦੇ ਨੇ ਜਾਂ ਈ ਰਿਕਸ਼ਾ ਚਲਾਉਂਦੇ ਨੇ। ਅਸੀਂ ਇਹਨਾਂ ਵਾਸਤੇ ਕਿਉਂ ਨਹੀਂ ਕੋਈ ਐਡਵਾਂਸ ਸਕਿੱਲ ਸੈਂਟਰ ਪ੍ਰੋਗਰਾਮ, ਕੋਈ ਇੱਦਾਂ ਦਾ ਸਕਿੱਲ ਸੈਂਟਰ ਪ੍ਰੋਗਰਾਮ ਬਣਾ ਪਾਏ ਜਿੱਥੇ ਇਹ ਚੰਗਾ ਇੱਕ ਹੁਨਰ ਪਾਣ ਕੇ ਆਪਣੀ ਇੱਕ ਚੰਗੀ ਜੌਬਸ ਕਰ ਪਾਣ। ਸਾਡੇ ਕਿੰਨੇ ਸਿੱਖ ਇੰਡਸਟਰੀਲਿਸਟ ਹੈਗੇ ਨੇ, ਉਹਨਾਂ ਨੂੰ ਹਿਊਮਨ ਰਿਸੋਰਸ ਦੀ ਲੋੜ ਹੈ, ਉਹਨਾਂ ਨਾਲ ਕਨੈਕਟ ਕਰਾਇਆ ਜਾਵੇ। 36 ਸਾਲ ਹੋ ਗਏ ਸਾਡੀ ਨਾ SGPC ਨੇ ਨਾ DSGMC ਨੇ ਕੋਈ ਵੀ ਰੀਹੈਬਿਲਿਟੇਸ਼ਨ ਪ੍ਰੋਗਰਾਮ ਨਹੀਂ ਬਣਾਇਆ। ਕਿਉਂ? ਜਿੱਤੇ ਨਾਲੇ ਜਦੋਂ ਸਾਡੇ ਵੱਡੇ ਫਾਦਰ ਜੀ 84 'ਚ ਸ਼ਹੀਦ ਹੋਏ ਸੀ, ਉਸ ਤੋਂ ਬਾਅਦ ਸਾਡੇ ਕੋਲ ਤੇ ਰੋਜ਼ਗਾਰ ਹੈਗਾ ਨਹੀਂ ਸੀ, ਜਿੰਨਾ ਸਾਡੇ ਮਾਪਿਓ ਤੋਂ ਹੋਇਆ ਤੇ ਉਹਨਾਂ ਸਾਨੂੰ ਕੀਤਾ। ਤੇ ਉਸ ਤੋਂ ਬਾਅਦ ਆਪਾਂ ਫਿਰ ਇਹੀ ਕੰਮ ਇਹੀ ਸੀ ਘਰ 'ਚ ਰਾਸ਼ਨ ਚਲਾਉਣ, ਰਾਸ਼ਨ ਰੂਸ਼ਨ ਹੈ ਉਹ ਘਰ ਦਾ ਕੰਮ। ਸਾਡੇ ਇੱਥੇ ਕੋਈ ਵੀ ਰੋਜ਼ਗਾਰ ਨਹੀਂ ਹੈਗਾ, ਕੁਝ ਵੀ ਨਹੀਂ ਹੈਗਾ ਇੱਥੇ। ਹਰ ਕੋਈ ਕਿਸੇ ਕੋਈ ਨਾ ਕੋਈ ਕੰਮ ਲੱਭਣ ਦੇ ਚੱਕਰ 'ਚ ਨਹੀਂ ਤਾਂ ਕਿ ਛੋਟਾ ਮੋਟਾ ਕੰਮ ਕੋਈ ਕਰ ਲੈਂਦਾ ਹੈ, ਕਦੀ ਨਹੀਂ ਹੁੰਦਾ ਕਦੀ ਹੁੰਦਾ ਹੈ, ਇਹ ਚੱਕਰ ਹੈ ਵੀਰ ਜੀ। ਇੱਧਰ ਬਿਲਕੁਲ ਰੋਜ਼ਗਾਰ ਨਹੀਂ ਹੈਗਾ, ਲੇਕਿਨ ਕਹਿਣ ਵਾਲੇ ਸਾਰੇ ਕਈ ਕਹਿੰਦੇ ਨੇ ਕਿ ਇਹਨਾਂ ਕੋਲ ਹਰ ਚੀਜ਼ ਹੈਗੀ ਹੈ, ਸਭ ਕੁਝ ਹੈਗਾ, ਲੇਕਿਨ ਸਾਡੇ ਕੋਲ ਰੀਅਲ ਗੱਲ ਹੈ ਕੁਝ ਵੀ ਨਹੀਂ ਹੈਗਾ ਇੱਥੇ ਅਸਲ 'ਚ। ਜੋਬ ਵੀ ਨਾ ਸਾਨੂੰ ਜੇ ਦਵਾਈ ਹੈ ਨਾ ਕਿਸੇ ਨੇ, ਉਹ ਵੀ ਸਾਡੇ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜਿਹੜੇ ਤਿਹਾੜ ਜੇਲ੍ਹ 'ਚ ਬੰਦ ਨੇ, ਉਹਨਾਂ ਨੇ ਦਵਾਈ ਹੈ। ਜਿਹੜੇ ਬਾਹਰ ਲੀਡਰ ਨੇ ਨਾ, ਉਹਨਾਂ ਨੇ ਕੁਝ ਵੀ ਨਹੀਂ ਕੀਤਾ, ਨਾ ਕੌਮ ਵਾਸਤੇ, ਨਾ ਇੱਥੇ ਪੰਥ ਵਾਸਤੇ, ਨਾ ਇੱਧਰ ਕਲੋਨੀ ਵਾਸਤੇ। ਜੇਲ੍ਹ ਦੇ ਅੰਦਰ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਦਰਦ ਸਮਝਿਆ, ਲੇਕਿਨ ਬਾਹਰ ਵਾਲੇ ਲੀਡਰਾਂ ਨੇ ਨਹੀਂ ਸਮਝਿਆ। ਹੁਣ ਮੇਰੀ 34 ਏਜ ਹੈਗੀ, ਮੇਰੇ 2 ਬੱਚੇ ਹੈਗੇ ਨੇ। ਹੁਣ ਮੈਨੂੰ ਉਹਨਾਂ ਦੇ ਵਾਸਤੇ ਕੰਮ ਕਰਨਾ ਤੇ ਪੈਂਦਾ ਹੀ ਹੈ, ਘਰਦਿਆਂ ਦੇ ਵਾਸਤੇ ਕਰਨਾ ਪੈਂਦਾ ਹੈ। ਅਗਰ ਜੇ ਕੋਈ ਵਧੀਆ ਜੀ ਜੋਬ ਮਿਲ ਜੇ ਸਿੱਖਣ ਵਾਸਤੇ, ਕੀ ਮਤਲਬ ਕਿ ਪੈਸਾ ਸਹੀ ਮਿਲੇ, ਤੇ ਆਪਾਂ ਵੀ ਅੱਗੇ ਸਾਡੇ ਬੱਚਿਆਂ ਨੂੰ ਵੀ ਇਹ ਚਲਾਉਣ ਦੀ ਨੌਬਤ ਨਹੀਂ ਆਏਗੀ। ਵੱਡਾ ਸਵਾਲ ਇਹ ਹੈ ਕਿ ਤੀਜੀ ਪੀੜ੍ਹੀ ਦਾ ਸੰਭਾਲ ਲਵੋ। 22% ਪਰਿਵਾਰਾਂ ਦੇ ਬੱਚੇ ਸਕੂਲ ਹੀ ਨਹੀਂ ਗਏ, ਜਦਕਿ 78% ਪੀੜਤ ਪਰਿਵਾਰਾਂ ਦੇ ਬੱਚਿਆਂ ਦੇ ਸਕੂਲ ਛੁੱਟ ਗਏ ਨੇ। ਮੇਨ ਇੱਥੇ ਦੀ ਜੋ ਪ੍ਰੋਬਲਮ ਹੈ ਉਹ ਸਭ ਤੋਂ ਵੱਡੀ ਤਾਂ ਰਹੀ ਹੈ ਕਿ ਸਾਨੂੰ ਇਸ ਕਲੋਨੀ 'ਚ ਇੱਕ ਬੈਕਵਰਡ ਕਲਾਸਿਸ 'ਚ ਹੀ ਗਿਣਿਆ ਗਿਆ ਹੈ। ਅਤੇ ਸਾਡਾ ਸਿੱਖ ਸਮਾਜ ਇੰਨਾ ਵੱਡਾ ਹੈ, ਅਗਰ ਪੂਰੀ ਦਿੱਲੀ 'ਚ ਅਗਰ ਮੈਂ ਗੱਲ ਕਰਾਂ, ਸਾਰੇ ਐਜੂਕੇਟਿਡ ਕਲੋਨੀਆਂ ਹੈਗੀਆਂ ਨੇ। ਸਾਊਥ ਚਲੇ ਜਾਓ, ਸਾਰੇ ਪੜ੍ਹੇ ਲਿਖੇ ਐਜੂਕੇਟਿਡ ਹੈਗੇ ਨੇ। ਉਹਨਾਂ ਦਾ ਮੇਨ ਰੀਜ਼ਨ ਹੈ ਕਿ ਉਹਨਾਂ ਦੀ ਜੋ ਫੈਮਿਲੀ ਸੀ ਪਹਿਲਾਂ ਹੀ ਐਜੂਕੇਟਿਡ ਸੀ ਤੇ ਉਹਨਾਂ ਦੇ ਆਪਣੇ ਬੱਚਿਆਂ ਨੂੰ ਪੜ੍ਹਾਉਣ 'ਚ ਹੀ ਧਿਆਨ ਦਿੱਤਾ। ਇੱਥੇ ਪਹਿਲਾਂ ਹੀ 84 ਦੀ ਮਾਰ 'ਚ ਲਿਖਿਆ ਹੈ, ਉਸ ਤੋਂ ਬਾਅਦ ਵਾਲੀ ਜਨਰੇਸ਼ਨ ਨਸ਼ੇ 'ਚ ਪੈ ਗਈ, ਤੇ ਜਦੋਂ ਉਹ ਨਸ਼ੇ 'ਚ ਪੈ ਗਈ, ਉਹ ਆਪਣੀ ਵਾਲੀ ਆਉਣ ਵਾਲੀ ਜਨਰੇਸ਼ਨ ਨੂੰ ਕਿੱਦਾਂ ਸੰਭਾਲੇਗੀ। ਫਿਰ ਧੀਰੇ ਕਰਕੇ ਹੁਣ ਬੱਚੇ ਬਾਹਰ ਗਏ, ਫੈਮਲੀਆਂ ਵਧੀਆਂ ਥੋੜ੍ਹੀਆਂ, ਠੀਕ ਹੈ, ਘਰਾਂ ਤੋਂ ਬਾਹਰ ਨਿਕਲ ਕੇ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਬਾਹਰ ਵੀ ਇਹ ਦੁਨੀਆ ਹੈ, ਕਿ ਐਜੂਕੇਸ਼ਨ ਇਹ ਚੀਜ਼ ਹੈ। ਹੁਣ ਉਹ ਚੀਜ਼ ਜੋ 20 ਸਾਲ ਪਹਿਲਾਂ ਉਹਨਾਂ ਨੂੰ ਪਤਾ ਚੱਲਣੀ ਚਾਹੀਦੀ ਸੀ, ਹੁਣ ਪਤਾ ਚੱਲ ਰਹੀ ਹੈ। MBBS ਦੇ ਬਾਰੇ ਬੱਚਿਆਂ ਨੂੰ, ਅਗਰ ਛੋਟੇ ਬੱਚੇ ਨੂੰ ਪੁੱਛ ਲਓ ਕਿਸੇ ਬਾਹਰ ਦੇ, ਉਹਨਾਂ ਨੂੰ ਸਾਰਾ ਪਤਾ ਹੋਏਗਾ। ਇੱਥੇ ਤੁਸੀਂ 12th ਵਾਲੇ ਬੱਚੇ ਕੋਲ ਪੁੱਛੇ, ਕੋਲ ਨਹੀਂ ਪਤਾ ਹੋਏਗਾ। ਮੇਨ ਰੀਜ਼ਨ ਹੀ ਇਹੀ ਹੈ ਕਿ ਕਮੇਟੀ DSGMC ਹੋ ਗਈ ਜਾਂ ਕੋਈ ਹੋਰ ਵੀ ਕਮੇਟੀ ਹੋ ਗਈ, ਇੱਥੇ ਆਉਂਦੇ ਨੇ ਸਿਰਫ ਆਪਣੇ ਫਾਇਦੇ ਲਈ, ਠੀਕ ਹੈ, ਆਪਣਾ ਫਾਇਦਾ ਉਹਨਾਂ ਨੂੰ ਹੋ ਗਿਆ। ਕੋਈ ਬੱਚੇ ਨੂੰ ਕਾਉਂਸਲਿੰਗ ਨਹੀਂ ਕਰਵਾਉਂਦੇ, ਐਜੂਕੇਸ਼ਨ ਦੇ ਬਾਰੇ ਅੱਜ ਤੱਕ ਨਹੀਂ ਸੋਚਿਆ ਉਹਨਾਂ ਨੇ, ਠੀਕ ਹੈ, ਕਿ ਬੱਚੇ ਇਹ ਵੀ ਹੈਗੇ ਨੇ, ਠੀਕ ਹੈ। ਇੱਥੇ ਤੱਕ ਕਿ ਉਹਨਾਂ ਨੂੰ ਪੈਰੈਂਟਸ ਨੂੰ ਕਦੀ ਬੁਲਾ ਕੇ ਇਹ ਤੱਕ ਮੀਟਿੰਗ ਨਹੀਂ ਕੀਤੀ ਕਿ ਤੁਸੀਂ ਇਹਨਾਂ ਦਾ ਫਿਊਚਰ ਬਾਰੇ ਕੀ ਸੋਚਿਆ। ਸਿਰਫ ਉੱਥੇ ਤੱਕ ਹੀ ਸੀਮਿਤ ਰਹਿ ਗਿਆ ਕਿ 84 ਦਾ ਮੁੱਦਾ ਇੱਕ ਦੰਗਾ ਹੀ ਰਹਿ ਗਿਆ, ਇੱਕ ਕਤਲੇਆਮ ਹੀ ਰਹਿ ਗਿਆ ਉੱਥੇ। ਅੱਜ ਤੋਂ ਬਸ ਇਹੀ ਹੈ ਕਿ ਐਜੂਕੇਸ਼ਨ ਦੇ ਬਾਰੇ ਕਦੀ ਸੋਚਿਆ ਹੀ ਨਹੀਂ ਗਿਆ। ਸੋ ਤੁਹਾਡਾ ਕਹਿੰਦਾ ਪਹਿਲੀ ਜਨਰੇਸ਼ਨ ਕਤਲੇਆਮ 'ਚ ਮਾਰੀ ਗਈ, ਦੂਜੀ ਗੁਰਬਤ ਤੇ ਨਸ਼ਿਆਂ 'ਚ ਰਹਿ ਗਈ, ਤੇ ਹੁਣ ਜਿਹੜੀ ਤੀਜੀ ਜਨਰੇਸ਼ਨ ਹੈ ਉਹ ਕਰਨਾ ਬਹੁਤ ਕੁਝ ਚਾਹੁੰਦੀ ਹੈ, ਬਟ ਉਹਨਾਂ ਕੋਲ ਰਿਸੋਰਸਿਸ ਨਹੀਂ ਹੈਗੇ, ਤੇ ਨਾ ਦਿੱਲੀ ਕਮੇਟੀ ਜਾਂ ਕੋਈ ਵੀ ਸਿੱਖ ਸੰਸਥਾ ਅੱਗੇ ਆ ਪਾ ਰਹੀ ਹੈ ਕਿ ਜੋ ਉਹਨਾਂ ਨੂੰ ਆਪਣੇ ਸੁਪਨੇ ਉਹ ਪੂਰੇ ਕਰ ਪਾਣ। ਮੈਨੂੰ ਇਹ ਦੱਸੋ, ਆਪਾਂ ਜਿਹੜੇ ਕੱਲ ਬੱਚਿਆਂ ਨਾਲ ਗੱਲਬਾਤ ਕੀਤੀ, ਉਹਨਾਂ ਵਿੱਚੋਂ ਕੋਈ ਸਿਵਲ ਸਰਵਿਸਿਜ਼ ਵਿੱਚ IPS IAS ਬਣਨਾ ਚਾਹੁੰਦਾ ਹੈ, ਕੋਈ ਬੱਚਾ MBBS ਕਰਨਾ ਚਾਹੁੰਦਾ ਹੈ, ਉਹਨਾਂ ਨੂੰ ਕੀ ਚੀਜ਼ ਰੋਕ ਰਹੀ ਹੈ ਤੇ ਉਹਨਾਂ ਵਾਸਤੇ ਕੀ ਕਰਨ ਦੀ ਲੋੜ ਹੈ? ਵੀਰ ਜੀ, ਇੱਕ ਉਹਨਾਂ ਦੇ ਬੱਚਿਆਂ 'ਚ ਬਿਕਮ ਬਣਨ ਦੀ ਮਤਲਬ ਬਹੁਤ ਜ਼ਿਆਦਾ ਪਾਵਰ ਹੈ, ਐਬਿਲਿਟੀ ਬਹੁਤ ਹੈ। ਹੁਣ ਸਭ ਤੋਂ ਮੇਨ ਜੋ ਚੀਜ਼ ਆਉਂਦੀ ਹੈ ਫਾਈਨੈਂਸ਼ੀਅਲ ਪ੍ਰੋਬਲਮ। ਹੁਣ ਫਾਈਨੈਂਸ ਘਰ 'ਚ ਹੁਣ ਵੈਸੇ ਵੀ ਕੋਵਿਡ ਮਾਰ ਦੀ ਝੇਲ ਰਹੇ ਨੇ, ਘਰ 'ਚ ਕੰਮਕਾਜ ਹੈਗਾ ਨਹੀਂ ਹੈ। ਹੁਣ ਫੀਸ ਅਗਰ ਨੋਰਮਲ ਜਾਈਏ ਵੀ ਅਗਰ ਕਿਸੇ 60-70,000, ਭਾਵੇਂ ਤੁਸੀਂ ਡਿਗਰੀ ਚਲੇ ਜਾਓ, ਫਾਈਨੈਂਸ਼ੀਅਲ ਪ੍ਰੋਬਲਮ ਹੈ ਨਹੀਂ ਹੈ, ਨੌਲੇਜ ਉਹਨਾਂ ਨੂੰ ਹੈ ਨਹੀਂ ਹੈ। ਉਸੇ ਕਰਕੇ ਉਹ ਸਿਰਫ ਉਹਨਾਂ ਦੀ ਐਜੂਕੇਟਿਡ 12th ਜ਼ਿਆਦਾ ਤੋਂ ਜ਼ਿਆਦਾ ਖਿੱਚ ਕੇ ਗ੍ਰੈਜੂਏਸ਼ਨ ਤੱਕ ਟੱਕ ਜਾਂਦੀ ਹੈ। ਫਿਰ ਉਹ ਕਰਦੇ ਕੀ ਨੇ ਬੱਚੇ, ਕਿਤੇ 10-12,000 15,000 ਦੀ ਜੋਬ ਕਿੱਥੇ ਮਿਲ ਗਈ, ਉੱਥੇ ਅੜਾਤਾ। ਬੱਚੇ ਪੈਰੈਂਟਸ ਵੀ ਸੋਚਦੇ ਨੇ ਚਲੋ ਕੁਛ ਇਨਕਮ ਆ ਰਹੀ ਹੈ, ਫਿਰ ਉਹਨਾਂ ਦੀ ਐਜੂਕੇਸ਼ਨ ਉੱਥੇ ਤੱਕ ਹੀ ਰੁਕ ਜਾਂਦੀ ਹੈ। ਉਹਨਾਂ ਦੇ ਡ੍ਰੀਮ ਹੈਗੇ ਨੇ ਵੱਡੇ ਕਿ ਅਸੀਂ LLB ਕਰਨਾ ਹੈ। ਮੇਰੇ ਖੁਦ ਦੇ ਸਟੂਡੈਂਟ ਹੈਗੇ ਨੇ ਜੋ ਹੁਣ ਕਹਿ ਰਹੇ ਨੇ ਕਿ LLB ਕਰਨਾ ਹੈ, ਡਾਈਟ 'ਚ ਜਾਣਾ ਹੈ। ਉਹਨਾਂ ਨੂੰ ਨੌਲੇਜ ਹੈ ਕਿ ਚਲੋ ਇਹ ਟੀਚਰ ਬਣਨਾ ਹੈ, ਬਸ ਇਹਨਾਂ ਨੂੰ ਇਹ ਨਹੀਂ ਪਤਾ ਕਿ ਹੋਏਗੀ ਕਿੱਦਾਂ। ਇੱਥੇ ਮੈਂ ਕਈ ਨੌਜਵਾਨ 25 ਤੋਂ 35 40 ਸਾਲ ਤੱਕ ਦੇ ਜਿਹੜੇ ਮੁੰਡੇ ਦੇਖੇ ਹੈ, ਮੇਰੀ ਅੱਜ ਗੱਲ ਵੀ ਹੋਈ ਮੁੰਡੇ 12ਵੀਂ ਪਾਸ, ਇਹ ਨਹੀਂ ਬਿਲਕੁਲ ਅੰਗੂਠਾ ਛਾਪ ਨੇ, ਅਨਪੜ੍ਹ ਨੇ, ਕਈ ਗ੍ਰੈਜੂਏਟ ਵੀ ਨੇ, ਉਹ ਆਟੋ ਰਿਕਸ਼ਾ ਤੇ ਈ ਰਿਕਸ਼ਾ ਚਲਾਉਣ ਨੂੰ ਕਿਉਂ ਮਜਬੂਰ ਨੇ? ਕਿ ਜਦੋਂ 12th ਬੱਚਾ ਪਾਸ ਹੋ ਗਿਆ, ਸਪੋਜ਼ ਕਰੋ ਮੈਂ 12th ਪਾਸ ਹੋ ਗਿਆ, ਮੈਨੂੰ ਪਤਾ ਹੀ ਨਹੀਂ ਅੱਗੇ ਜਾਣਾ ਕਿੱਥੇ ਹੈ,
ਤਾਂ ਮੈਨੂੰ ਜੋ ਸੋਰਸ ਦਿਖੇਗਾ 10,000 ਦਿਖ ਰਹੇ ਨੇ ਮੈਨੂੰ ਇਨਕਮ, ਤਾਂ ਮੈਂ 10,000 ਵਾਲੀ ਲਾਈਨ 'ਚ ਜਾਵਾਂਗਾ। ਅਗਰ ਮੈਂ ਉਦੋਂ ਐਜੂਕੇਸ਼ਨ ਅੱਗੇ ਦੱਸਾਂਗਾ ਕਿ ਇਹ ਪ੍ਰੋਫੈਸ਼ਨਲ ਕੋਰਸ ਨੇ ਤਾਂ ਉਸ ਲਾਈਨ 'ਚ ਜਾਣਗੇ। ਕਦੀ ਕਮੇਟੀ ਨੇ, ਕਦੀ ਵੀ ਕਿਸੇ ਧਨਵਾਨ ਸਿੱਖ ਨੇ ਕਦੀ ਇੱਥੇ ਜੋਬ ਫੇਅਰ ਨਹੀਂ ਕਰਵਾਇਆ ਤਾਂ ਕਿ ਜੋਬ ਫੇਅਰ ਕਰਵਾ ਕੇ ਉਹਨਾਂ ਨੂੰ MNC ਕੰਪਨੀ 'ਚ ਭੇਜਿਆ ਜਾ ਸਕੇ ਕਿਤੇ, ਠੀਕ ਹੈ, ਕਿਸੇ ਹੋਰ ਲਾਈਨ 'ਚ ਪਾਇਆ ਜਾ ਸਕਦੇ। ਆਟੋਮੋਬਾਈਲ ਵਾਲੀ ਲਾਈਨਸ ਨੇ, ਹੋਰ ਵੀ ਬਹੁਤ ਸਾਰੀ ਲਾਈਨਸ ਨੇ ਜਿੱਥੇ ਡਿਪਲੋਮਾ ਕਰਕੇ ਇੱਕ 25 30 40 50 हज़ार तक बच्चा आराम जा सकता है, लेकिन वो चीज़ आज तक कभी नहीं करवाई नहीं गई है। अभी जब वोट आ रहे हैं ना, अभी तो आत्मा सिंह लबाना हर एक के घर घर में जा रहा है, लेकिन हम जब बच्चों के हेल्प के लिए उसको बोलते हैं ना, वो बिल्कुल भी नहीं सुनवाई करता है। कभी नहीं कहता कि भाई यहाँ चलो अभी बच्चे आगे पीछे फीसें मिल जाएंगी। 1 महीने से क्लासें चालू है, लेकिन अभी तक नहीं कर पा रहा है। कोई सबको फीस देनी पड़ रही है, आप कंफर्म इस बात? मेरा नाम ओंकार सिंह है और मैं गुरु किशन पब्लिक स्कूल में पढ़ता हूँ और मेरा 10th क्लियर हो गई है, पास हो गया हूँ और अब एडमिशन होता है ना 10th के बाद, तो एडमिशन के लिए फ़ीस मांग रहे हैं ये। पहले भी यहाँ फ़ीस देते थे, पहले मतलब माफ़ था बिल्कुल, अब ये फ़ीस मांग रहे हैं, कहते हैं अब फ़ीस ले आओ तभी हम एडमिशन करेंगे। पर कहते हैं जो यहाँ के 216 बच्चों का कोटा, उनसे कोई फीस नहीं ली जाती जो कतलेआम पर। बिल्कुल भी नहीं है, एक भी कोई ऐसा बच्चा नहीं है जो फ्री में पढ़ रहा हो, कोई भी ऐसा नहीं है। कोई वजीफा नहीं मिला? बिल्कुल नहीं मिला। और ये सत्ता साहब भी कह रहे हैं कि फीस दो तुम अपनी। गुरु किशन क्यों नहीं पाया? बस मंथली फीस सुना दी 4.5 महीने मैं कितने कितों बता रहा हूं। कहंदे ਇੱਥੇ ਦੇ ਬੱਚਿਆਂ ਨੂੰ ਤੇ ਫੀਸ ਮਾਫ ਹੈ, ਕੋਈ ਫੀਸ ਮਾਫ ਨਹੀਂ ਹੋਈ। ਮੇਰੇ ਕੋਲ ਪੇਪਰ ਪਏ ਨੇ ਸਾਰੇ, ਮੈਂ ਗਿਆ ਸੀਗਾ ਉਹਨਾਂ ਕੋਲ, ਕਹਿੰਦੇ ਤੁਸੀਂ ਫੀਸ ਦਿਓ, ਫੀਸ ਮਾਫ ਹੋ ਜਾਏਗੀ। ਪਰ ਮੈਂ ਫੀਸ ਦਵਾਂ ਹਰ ਮਹੀਨੇ, ਕੀ ਦੇਵਾਂ ਉਹਨੂੰ, ਕੁਛ ਹੈ ਗਰੰਟੀ ਕਿ ਮੈਨੂੰ ਵਾਪਸੀ ਆਣਗੇ? ਕੋਈ ਗਰੰਟੀ ਪਾਈ ਨਹੀਂ ਗਈ ਸੀ ਤੁਸੀਂ ਯਾਰ ਰਿਕੁਐਸਟ ਆਤਮਾ ਦੀ ਬਣ। ਤੁਸੀਂ ਕਿਹਾ ਕਿ ਮੇਰੇ ਬੱਚੇ ਦੀ ਫੀਸ, ਉਹਨਾਂ ਨੇ ਕਿਹਾ ਤੁਸੀਂ ਫੀਸ ਦੇ ਜਾਓ ਸਾਲ ਦੀ, ਉਹਦੇ ਬਾਅਦ ਜੋ ਵੀ ਤੁਹਾਨੂੰ ਫੀਸ ਵਾਪਸੀ ਆਏਗੀ। ਖੁਦ ਨੂੰ ਪੰਥ ਦੇ ਸਭ ਤੋਂ ਵੱਡੇ ਆਗੂ ਕਹਾਉਂਦੇ ਲੀਡਰ ਵੀ ਸਵੱਲੀ ਨਜ਼ਰ ਦੇ ਇੰਤਜ਼ਾਰ ਦੇ ਵਿੱਚ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਪੰਥ ਹਿਤੈਸ਼ੀ ਕਹਾਉਣ ਵਾਲੀਆਂ ਧਿਰਾਂ ਇਹਨਾਂ ਕਤਲੇਆਮ ਪੀੜਤਾਂ ਨੂੰ ਸੰਭਾਲਣ ਵਿੱਚ ਨਾਕਾਮ ਰਹੀਆਂ ਹਨ। ਸਾਨੂੰ ਤਾਂ ਅਗਰ ਜੇ ਕੋਈ ਵਧੀਆ ਜੀ ਇਹੋ ਜਿਹੀ ਜੋਬ ਮਿਲ ਜਾਂਦੀ ਤੇ ਆਪਾਂ ਨਾ ਕਦੀ ਨਸ਼ੇ 'ਚ ਜਾਂਦੇ, ਨਾ ਕਦੀ ਆਟੋ ਚਲਾਉਣ ਦੀ ਨੌਬਤ ਆਉਂਦੀ, ਸਾਡੇ ਬੱਚੇ ਵੀ ਐਜੂਕੇਟਿਡ ਹੁੰਦੇ, ਆਪਾਂ ਵੀ ਐਜੂਕੇਟਿਡ ਹੁੰਦੇ। ਪਹਿਲਾਂ ਸੀ ਵੀ ਕੋਈ ਦੇਖਭਾਲ ਕਰਨ ਵਾਲਾ ਨਹੀਂ ਸੀ। ਜਿਹੜੇ ਸਾਡੇ ਬਜ਼ੁਰਗ ਸੀ ਉਹ ਵਿਚਾਰੇ 84 'ਚ ਸ਼ਹੀਦ ਹੋ ਗਏ ਸੀ। ਉਹਨਾਂ ਦੀ ਜਿਹੜੀ ਮਾਤਾ ਸੀ, ਠੀਕ ਹੈ, ਉਹ ਕੰਮ ਕੁੰਮ ਤੇ ਚਲੇ ਜਾਂਦੇ ਸੀ ਤੇ ਬੱਚੇ ਵਿਚਾਰੇ ਵਿਗੜ ਜਾਂਦੇ ਸੀ। ਉਹਨਾਂ ਨੂੰ ਕੋਈ ਸਾਂਭਣ ਵਾਲਾ ਨਹੀਂ ਸੀ, ਉਹਨਾਂ ਨੂੰ ਗਲਤ ਸੰਗਤ ਪੈ ਜਾਂਦੇ ਸੀ, ਉਹ ਫਿਰ ਵਿਚਾਰੇ ਨਸ਼ੇ ਨੁਸ਼ੇ ਕਰਨ ਲੱਗ ਜਾਂਦੇ ਸੀ। देवर था, मैंने उसको अपने बेटे की तरह पाला था। अच्छा। वो नशे पते में चला गया। अब उसकी बीवी है, 2 बेटियां इतनी, एक 11 साल की, एक 13 साल की। वो यही गोलियों का नशा करता है। यहाँ पे अभी भी कितने प्रतिशत नशा होगा? बहुत ज़्यादा। किस चीज़ का नशा होता है ज़्यादातर? यही कैप्सूल वगैरह होता है, गोलियां होती है। हमने कितनी बार जाते हैं, हम केमिस्ट जैसे बंद करवाने के लिए पुलिस के पास जाते हैं। सर यहाँ पे जो नशा आराम से मिल जाता है, जो कुछ दवाइयाँ होती हैं आराम से देते हैं। वो केमिस्ट से कैसे मिल जाएगी जब तक डॉक्टर लिख के ना दे? वो वैसे ही मिल जाता है। सर, ब्लैक में बेचते हैं पीछे से। ब्लैक में दे देते हैं। और आप लोग जब जाके केमिस्ट को कंप्लेंट करते तो नहीं मानते? नहीं, बस तो वो 2 मिनट के लिए होता है बंद, फिर वही खुला होता है। और विधायक को, जरनैल सिंह को कभी बात की इस बारे में? काफ़ी बारी करी है। क्या कहते हैं? जीजू पूजा से कोई बात कराना सुनता ही नहीं कॉलिंग पे। कहते हैं हाँ हम कर लेंगे। कितने बारी गए पैसे खा के। SGPC ਕੋਲ ਹਾਕੀ ਜਿੱਤਣ ਵਾਲੇ ਖਿਡਾਰੀਆਂ ਦੇ ਲਈ ਕਰੋੜਾਂ ਦੇ ਇਨਾਮ ਲਈ ਫੰਡ ਹੈ, ਪਰ ਇਹਨਾਂ ਲੋੜਵੰਦਾਂ ਲਈ ਇੱਕ ਧੇਲਾ ਖਰਚ ਨਹੀਂ ਕਰ ਸਕੇ। ਜੇ ਸਮਾਂ ਰਹਿੰਦਿਆਂ ਉਹਨਾਂ ਦੀ ਬਾਂਹ ਫੜੀ ਹੁੰਦੀ ਤਾਂ ਇਹ ਪਰਿਵਾਰ ਰੁਲ ਦੇਣਾ, ਪਰ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਇਹਨਾਂ ਦੀ ਕੀਮਤ ਮਹਿਜ਼ ਵੋਟਾਂ ਤੋਂ ਵੱਧ ਕੁਝ ਵੀ ਨਹੀਂ। ਵੋਟਾਂ ਲੰਘੀਆਂ ਤਾਂ ਫਿਰ ਤੂੰ ਕੌਣ ਅਤੇ ਮੈਂ ਕੌਣ, ਅਤੇ ਕਰੀਬ 4 ਦਹਾਕਿਆਂ ਬਾਅਦ ਵੀ ਕਤਲੇਆਮ ਪੀੜਤ ਇਸ ਮਾੜੇ ਹਾਲ ਦੇ ਵਿੱਚ ਦਿਨ ਕੱਟਣ ਨੂੰ ਮਜਬੂਰ ਹਨ। ਮੇਰੇ ਨਾਲ ਐਸੀ ਕਲੋਨੀ ਤੋਂ ਇੱਕ ਮੁੰਡਾ ਮੌਜੂਦ ਹੈ ਜੋ ਕਿ ਸਿੱਖ ਨੌਜਵਾਨ ਹੈ, ਆਪਣਾ ਟੀਚਿੰਗ ਦੇ ਵਿੱਚ ਹੈਗਾ ਤੇ ਜਿਹੜੇ ਗਰੀਬ ਬੱਚੇ ਇੱਥੇ ਦੇ ਹੈਗੇ ਨੇ ਉਹਨਾਂ ਨੂੰ ਪੜ੍ਹਾਉਂਦਾ ਵੀ ਹੈਗਾ। ਤੇ ਅਸੀਂ ਉਹਨਾਂ ਤੋਂ ਜਾਣਦੇ ਹਾਂ ਕਿ ਕਿਉਂ ਜਿਹੜੀ ਇੱਥੇ ਦੀ 3rd ਜਨਰੇਸ਼ਨ ਹੈਗੀ ਹੈ ਉਹ ਕਿਉਂ ਆਪਣੇ ਸੁਪਨੇ ਨਹੀਂ ਪੂਰੇ ਕਰ ਪਾ ਰਹੀ, ਤੇ ਕਿਉਂ ਜੋ ਕੋਰਸਿਸ ਕਰਨਾ ਚਾਹੁੰਦੇ ਆ, ਜਿੱਥੇ ਆਪਣੀ ਲਾਈਫ ਦੇ ਵਿੱਚ ਜਾਣਾ ਚਾਹੁੰਦੇ ਆ, ਉਹ ਕਿਉਂ ਨਹੀਂ ਪੂਰੇ ਕਰ ਪਾ ਰਹੇ। ਤੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਕੈਰਵਨ ਦੇ ਸਰਦਾਰ ਪ੍ਰਭਜੀਤ ਸਿੰਘ ਜੀ। ਉਹਨਾਂ ਨੂੰ ਵੀ ਜਾਣਾਂਗੇ ਕਿ ਆ 36 ਸਾਲ ਹੋ ਗਏ ਇੱਥੇ ਸਾਡੀ ਦਿੱਲੀ ਕਮੇਟੀ ਹੈ SGPC ਕਿਉਂ ਨਹੀਂ ਕੋਈ ਰੀਹੈਬਿਲਿਟੇਸ਼ਨ ਪ੍ਰੋਗਰਾਮ ਚਲਾ ਪਾਈ, ਜਾਂ ਉਹਨਾਂ ਨੇ ਕਿਉਂ ਨਹੀਂ ਚਲਾਇਆ, ਇਹਦੀ ਕੀ ਵਜ੍ਹਾ। ਜਿਹੜੇ ਇੱਥੇ ਦੇ ਮੈਂਬਰ ਹੈਗੇ ਨੇ, ਜਿਹੜੇ ਇੱਥੇ ਜਿੱਤ ਕੇ ਗਏ ਸੀਗੇ 2017 ਦੇ ਵਿੱਚ ਵੀ ਜਿੱਤੇ ਸੀਗੇ ਜਿਹੜੇ, ਉਹ ਉਹਨਾਂ ਮੈਂਬਰਾਂ ਜਦੋਂ ਆਉਂਦੇ ਨੇ ਇਲੈਕਸ਼ਨ, ਜਦੋਂ ਜਿੱਤਦੇ ਨੇ, ਜਦੋਂ ਉੱਥੇ ਤੋਂ ਤੁਸੀਂ ਬੱਚੇ ਉੱਥੇ ਉਹਨਾਂ ਕੋਲ ਜਾਂਦੇ ਹੋ ਕਿ ਤੁਸੀਂ ਇਹਨਾਂ ਨੂੰ ਇਸ ਚੀਜ਼ ਦੀ ਡਿਮਾਂਡ ਕਿਉਂ ਨਹੀਂ ਕਰਦੇ, ਜਾਂ ਕਿਉਂ ਡਿਮਾਂਡ ਨਹੀਂ ਇੱਥੋਂ ਉੱਠਦੀ ਕਿ ਸਾਨੂੰ ਜਿਹੜੇ ਇੱਥੇ ਸਕਿੱਲ ਸੈਂਟਰ ਖੋਲ੍ਹ ਕੇ ਦਿੱਤਾ ਜਾਵੇ, ਸਾਨੂੰ ਵੋਕੇਸ਼ਨਲ ਸਟੱਡੀ ਵਾਸਤੇ ਕੁਝ ਸਪੋਂਸਰਸ਼ਿਪ ਕੀਤੀ ਜਾਵੇ, ਜਿਹੜੇ ਸਾਡੇ ਬਹੁਤ
ਪੜ੍ਹੇ ਲਿਖੇ ਬੜੇ ਚੰਗੀ ਪਰਸੈਂਟੇਜ ਵਾਲੇ ਸਟੂਡੈਂਟਸ ਹੈਗੇ ਨੇ ਉਹਨਾਂ ਨੂੰ ਉਹਨਾਂ ਦੀ ਫੀਸ ਸਪਾਂਸਰ ਕੀਤੀ ਜਾਵੇ। ਐਦਾਂ ਦੀ ਡਿਮਾਂਡ ਕਿਉਂ ਨਹੀਂ ਉੱਠਦੀ? ਕੋਈ ਵੀ ਐਦਾਂ ਦਾ ਇਲੈਕਸ਼ਨ ਨਹੀਂ ਜਿਹਦੇ ਵਿੱਚ 84 ਨਾ ਵਰਤੀ ਜਾਏ। ਸਭ ਤੋਂ ਵੱਡੀ ਗੱਲ ਹੈ ਕਿ ਜੋ ਇਹਨਾਂ ਦੀ ਡਿਮਾਂਡ ਕਰਦੇ ਨੇ ਨਾ, ਹਾਂਜੀ, ਹੁਣ ਅਗਰ ਮੈਂ ਖੁਦ ਅਗਰ ਬੀਐਡ ਕੀਤੀ ਹੋਈ ਹੈ, ਮੈਂ ਮਾਸਟਰ ਇਕਨੋਮਿਕਸ ਤੋਂ ਹਾਂ, ਠੀਕ ਹੈ, ਮੈਂ ਕਰਨੇ ਗਿਆ ਇਹਨਾਂ ਦੇ ਕੋਲ ਹੈਲਪ ਮੰਗਣ ਲਈ। ਸਾਡੇ ਇੱਥੇ ਦੇ ਮੈਂਬਰ ਆਤਮਾ ਸਿੰਘ ਲੁਬਾਣਾ ਹੈਗੇ ਨੇ, ਉਸ ਤੋਂ ਪਹਿਲਾਂ ਚਮਨ ਸਿੰਘ ਰਹੇ ਨੇ, ਤੋਂ ਵੀ ਗਏ ਆ, ਠੀਕ ਹੈ, ਹੈਲਪ ਮੰਗੀ ਹੈ, ਠੀਕ ਹੈ, ਸਾਨੂੰ ਉਹ ਰਿਸਪੌਂਸ ਨਹੀਂ ਮਿਲਿਆ। ਫਿਰ ਅਸੀਂ ਆਪਣਾ ਹੀ ਖੁਦ ਆਪਣੀ ਰੋਟੀ ਚੋਂ ਹੀ ਘਾਟਾ ਕਰਕੇ 2 ਰੋਟੀ ਘੱਟ ਖਾ ਲਾਂਗੇ, ਲੇਕਿਨ ਪਹਿਲਾਂ ਐਜੂਕੇਸ਼ਨ ਦੇ ਵੱਲ ਗਏ ਅਸੀਂ। 84 ਦਾ ਮੁੱਦਾ ਚੱਕਦੇ ਨੇ ਨਾ, ਉਹ ਸਿਰਫ ਪੈਸੇ ਲਈ ਚੱਕ ਲੈਂਦੇ ਨੇ, ਐਜੂਕੇਸ਼ਨ ਨਹੀਂ ਚੱਕਦੇ। ਉਹਨਾਂ ਨੂੰ ਵਰਤ ਕੇ ਭਾਵੇਂ ਉਹ ਕੋਈ ਕਮੇਟੀ ਦਾ ਮੈਂਬਰ ਹੋਏ ਜਾਂ ਖੁਦ ਉਹ ਡਿਮਾਂਡ ਕਰਨ ਵਾਲਾ ਹੋਏ, ਉਹ ਅਗਰ ਬੱਚੇ ਲਈ ਇਹ ਮੰਗਣ ਨਾ ਸਾਨੂੰ ਕਿ ਇਹ ਐਜੂਕੇਸ਼ਨ ਚਾਹੀਦੀ ਹੈ ਤਾਂ ਹੋਏ। ਚਲੋ ਕਿਸ ਦਿਨ ਮੀਟਿੰਗ ਕਰ ਲਈ ਕਿ ਅਸੀਂ ਬੱਚਿਆਂ ਲਈ ਕਾਉਂਸਲਿੰਗ ਅਨਾਉਂਸ ਕਰ ਦਾਂਗੇ, ਸਕਿੱਲ ਸੈਂਟਰ ਬਣਾ ਲਾਂਗੇ, ਜੋ ਵੀ ਇਹ ਚੀਜ਼ ਕਰ ਲਾਂਗੇ। ਸਿਰਫ ਰਿਟਨ ਇੱਕ ਪੇਪਰ ਵਰਕ ਰਹਿ ਜਾਂਦੇ। ਹੁਣ ਅਸੀਂ ਇੱਥੇ ਤਿਲਕ ਵਿਹਾਰ ਖੜੇ ਆ ਤੇ ਸਾਨੂੰ ਲੋਕ ਇੱਥੇ ਦੇ ਆਪ ਦੱਸ ਰਹੇ ਨੇ, ਇੱਥੇ ਜਿਹੜਾ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਇਹ ਸਕੂਲ 'ਚੋਂ ਇਹਨਾਂ ਬੱਚਿਆਂ ਤੋਂ ਹੀ, ਇਹਨਾਂ ਪਰਿਵਾਰਾਂ ਦੇ ਬੱਚਿਆਂ ਤੋਂ ਹੀ ਕੋਈ ਉੱਠ ਕੇ ਕੋਈ ਅੱਜ ਕੋਈ ਡਾਕਟਰ ਬਣਿਆ, ਕੋਈ ਪ੍ਰੋਫੈਸਰ ਬਣਿਆ, ਕੋਈ ਸਕਸੈਸਫੁਲ ਬਿਜ਼ਨਸਮੈਨ ਬਣਿਆ, ਕੋਈ ਸਕਸੈਸਫੁਲ ਇੱਦਾਂ ਦਾ ਬਿਜ਼ਨਸਮੈਨ ਬਣਿਆ ਜਿਹਨੇ 15 ਟੈਕਸੀਆਂ ਪਾ ਲਈਆਂ ਹੋਣ। ਇਹਦਾ ਕੀ ਕਾਰਨ ਹੈ? ਇਹਦਾ ਕਾਰਨ ਨਹੀਂ ਹੈ, ਟੋਟਲ ਨਿਗਲੈਕਟ ਹੈ। ਜੇ ਅੱਜ ਅਸੀਂ ਚਿੱਠੇ ਕਢਾਈਏ, ਜੇ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ ਆਲਸੋ ਕਿ ਇਹਨਾਂ ਸਕੂਲਾਂ 'ਚ ਜਿਹੜੇ ਟੀਚਰ ਰੱਖੇ ਜਾਂਦੇ ਨੇ ਉਹ ਕਿੰਨੀ ਤਨਖਾਹਾਂ ਤੇ ਰੱਖੇ ਜਾਂਦੇ ਨੇ, ਉਹਨਾਂ ਦੀ ਮੈਰਿਟ ਬਣਦੀ ਹੈ ਕਿ ਨਹੀਂ ਬਣਦੀ ਹੈਗੀ ਹੈ। ਜੇ ਇਹ ਟਰਸਟ ਹੈਗਾ, ਜੇ ਇਹਨਾਂ ਨੂੰ ਸਰਕਾਰ ਵੱਲੋਂ ਕੋਈ ਏਡ ਮਿਲਦੀ ਹੈਗੀ ਹੈ, ਜੇ ਗਵਰਨਮੈਂਟ ਏਡਡ ਕਾਲਜਿਸ ਔਰ ਸਕੂਲਸ ਹੈਗੇ ਨੇ ਤੇ ਉਹਨਾਂ 'ਚੋਂ ਵੀ ਈਵਨ ਕਿ ਦੇਵਨਗਰ ਕਰੋਲ ਬਾਗ ਦਾ ਹੈ, ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ। ਜਿਹੜੀ ਟੀਚਰਸ ਦੀ ਜਿਹੜੀ ਅਪਾਇੰਟਮੈਂਟ ਹੁੰਦੀ ਹੈ ਕਿ ਉਹ ਥਰੂ ਪ੍ਰੋਪਰ ਚੈਨਲ, ਥਰੂ ਪ੍ਰੋਪਰ ਪ੍ਰੋਸੀਜਰ ਫੋਲੋ ਹੁੰਦਾ ਜਾਂ ਨਹੀਂ। ਇਹ ਇੱਕ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਤੁਹਾਡਾ ਐਡਜਸਟਮੈਂਟ ਹੈਗੀ ਹੈ, ਯੂ ਕੰਪਰੋਮਾਈਜ਼, ਤੁਸੀਂ ਇਹ ਬੱਚਿਆਂ ਦੇ ਭਵਿੱਖ ਨਾਲ ਕੰਪਰੋਮਾਈਜ਼ ਕਰ ਰਹੇ ਹੋ ਸਿਰਫ ਆਪਣਾ ਪੈਸਾ ਕਮਾਉਣ ਲਈ ਔਰ ਆਪਣਾ ਸਿਆਸਤ ਵਿੱਚ ਅੱਗੇ ਆਉਣ ਲਈ। ਮੈਂ ਇਹ ਗੱਲ ਨੂੰ ਬਹੁਤ ਕਲੈਰਿਟੀ ਨਾਲ ਕਹਿਣਾ ਚਾਹੁੰਦਾ ਹੈਗਾ ਕਿ ਜਿਹੜਾ ਤਿਲਕ ਵਿਹਾਰ ਦਾ ਜਿਹੜਾ ਦਸਾਂ ਨੋਹਾਂ ਦੀ ਕਿਰਤ ਕਰਨ ਵਾਲਾ ਬੰਦਾ ਹੈਗਾ, ਭਾਵੇਂ ਉਹ ਸਬਜ਼ੀ ਦੀ ਰੇੜੀ ਵੀ ਲਾਉਂਦਾ ਹੈ, ਕਿ ਉਹਦੇ ਬੱਚੇ ਨੂੰ ਪ੍ਰੋਪਰ ਐਜੂਕੇਸ਼ਨ ਮਿਲ ਰਹੀ ਹੈ ਨਹੀਂ ਮਿਲ ਰਹੀ। ਅਸੀਂ ਅਖਬਾਰਾਂ ਵਿੱਚ ਪੜ੍ਹਦੇ ਹਾਂ ਵੀ ਇੱਕ ਮੋਚੀ ਦੀ ਬੱਚੀ ਨੇ IAS ਕਲੀਅਰ ਕੀਤਾ, ਉਹ 100 ਮੈਰਿਟ ਵਿੱਚ ਆਈ। ਉਹ ਜਿਹੜੇ ਕਿੱਤੇ ਜਿਹੜੇ ਕਰਨ ਵਾਲੇ ਹੈਗੇ ਨੇ ਤੇ ਅਸੀਂ ਉਹਨਾਂ ਨੂੰ ਬਰਾਬਰ ਦੇ ਪੈਡੈਸਟੀਅਲ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਸੋਸ਼ਲੀ ਅਸੀਂ ਆਪਣੇ ਬਰਾਬਰ ਦੇ ਰੱਖੀਏ। ਇਹਦੇ ਸਾਡਾ ਕੋਈ ਕੰਟਰੀਬਿਊਸ਼ਨ ਨਹੀਂ। ਜੇ ਅਸੀਂ ਜਰਨਲਿਸਟ ਬਣ ਗਏ ਤੇ ਇਹਦੇ 'ਚ ਮੇਰਾ ਕੋਈ ਕੰਟਰੀਬਿਊਸ਼ਨ ਨਹੀਂ। ਮੈਨੂੰ ਮੌਕਾ ਮਿਲਿਆ ਤੇ ਮੈਂ ਪਰਿਵਾਰ 'ਚ ਪੜ੍ਹ ਲਿਖ ਗਿਆ। ਹੋ ਸਕਦਾ ਮੇਰੇ ਤੋਂ ਕਿਤੇ ਵੱਧ ਟੈਲੈਂਟਡ ਬੱਚੇ ਜਿਹੜੇ ਮੈਂ 50 ਸਾਲ ਦੀ ਉਮਰ 'ਚ, ਮੇਰੇ ਤੋਂ ਵੱਧ 50 ਸਾਲ ਦੀ ਉਮਰ ਦੇ ਬੰਦੇ ਇਹੋ ਜਿਹੇ ਹੋਣਗੇ ਜਿਨ੍ਹਾਂ 'ਚ ਮੇਰੇ ਨਾਲੋਂ ਜ਼ਿਆਦਾ ਵੱਧ ਦਿਮਾਗ ਹੋਏਗਾ। ਉਹ ਆਟੋ ਰਿਕਸ਼ਾ ਚਲਾ ਰਿਹਾ ਹੈਗਾ ਕਿਉਂਕਿ ਉਹ ਗੁਰਦੁਆਰਾ ਕਮੇਟੀ ਦੀ ਨਲਾਇਕੀ ਕਰਕੇ ਉਹ ਆਟੋ ਰਿਕਸ਼ਾ ਚਲਾ ਰਿਹਾ ਹੈਗਾ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਕੋਈ ਰਾਹ ਨਹੀਂ ਮਿਲ ਰਿਹਾ ਹੈਗਾ। ਉਸ ਤੋਂ ਵੱਡਾ ਪਾਪ ਇਹ ਹੈਗਾ ਕਿ ਇਹ ਜ਼ਿੰਮੇਵਾਰੀ ਦਾ ਖਹਿੜਾ ਨਹੀਂ ਛੱਡ ਰਹੇ। ਇਹ ਹਾਲੇ ਵੀ ਗੁਰਦੁਆਰਾ ਕਮੇਟੀ ਕਹਿ ਰਹੀ ਹੈ ਬਈ ਅਸੀਂ ਇਹਨਾਂ ਦੇ ਜ਼ਿੰਮੇਦਾਰ ਆ, ਇਹ ਸਾਡੀ ਜ਼ਿੰਮੇਵਾਰੀ ਹੈ, ਜਿਹਦੇ 'ਚੋਂ ਟੋਟਲ ਫੇਲ ਹੋ ਰਹੇ ਨੇ। ਇੱਥੋਂ ਦੇ ਲੋਕਾਂ ਵਿੱਚ ਕੋਈ ਪੈਡੈਸਟਲ ਪੋਜੀਸ਼ਨ ਤੇ ਨਹੀਂ ਪਹੁੰਚ ਪਾਇਆ। ਤੇ ਦੂਜਾ ਮੇਰਾ ਹੈ ਕਿ ਰੀਹੈਬਿਲਿਟੇਸ਼ਨ ਪ੍ਰੋਗਰਾਮ 36 ਸਾਲਾਂ ਦੇ ਵਿੱਚ ਇਹਨਾਂ ਦੇ ਐਜੂਕੇਸ਼ਨ ਨੂੰ ਲੈ ਕੇ, ਤਾਂ ਕਿ ਇਹਨਾਂ ਦੇ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹ ਆਪਣੇ ਪੈਰਾਂ ਤੇ ਖੜੇ ਹੋ। ਇੱਕ ਨਾ ਗੱਡੀ ਪੈਂਚਰ ਹੋ ਜਾਏ ਤੇ ਸਾਨੂੰ ਜੈਕ ਲਾਉਣਾ ਪੈਂਦਾ ਟਾਇਰ ਚੇਂਜ ਕਰਨ ਵਾਸਤੇ, ਤੇ ਇੱਕ ਵਾਰੀ ਤੇ ਜੈਕ ਦੀ ਲੋੜ ਹੈ ਇਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਵਾਸਤੇ। ਇੱਕ ਰੀਹੈਬਿਲਿਟੇਸ਼ਨ ਪ੍ਰੋਗਰਾਮ, ਇੱਕ ਵੀ ਸਕਿੱਲ ਸੈਂਟਰ ਪ੍ਰੋਗਰਾਮ, ਕੁਝ ਵੀ ਨਹੀਂ ਇਹਨਾਂ ਵਾਸਤੇ ਕੀਤਾ ਗਿਆ। ਇਹਦੇ ਪਿੱਛੇ ਤੁਸੀਂ ਕੀ ਵਜ੍ਹਾ? ਇਟ ਇਜ਼ ਅ ਮੈਟਰ ਆਫ ਪ੍ਰਾਇੋਰਿਟੀ। ਬਈ ਉਹਨਾਂ ਦੀ ਪ੍ਰਾਇੋਰਿਟੀ ਕੀ ਹੈ? ਜਿਹੜੇ ਲੋਕ ਪਾਵਰ 'ਚ ਬੈਠੇ ਨੇ ਗੁਰਦੁਆਰਾ ਕਮੇਟੀ ਦੇ, ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਭਾਵੇਂ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਇਹਨਾਂ ਦੀ ਪ੍ਰਾਇੋਰਿਟੀ ਕੀ ਹੈ? ਇਹਨਾਂ ਦੀ ਪ੍ਰਾਇੋਰਿਟੀ ਹੈਗੀ ਹੈ ਕਿ ਬੰਗਲਾ ਸਾਹਿਬ ਗੁਰਦੁਆਰੇ ਤੇ ਤੁਸੀਂ ਇੰਨੀ ਗੋਲਡ ਪਲੇਟਿੰਗ ਕਰਦੇ ਹੋ, ਤੁਸੀਂ ਮਹਿੰਗੇ ਤੋਂ ਮਹਿੰਗਾ ਮਾਰਬਲ ਲਿਆ ਕੇ, ਤੁਸੀਂ ਸਾਰਾ ਮਹਿੰਗੇ ਤੋਂ ਮਹਿੰਗਾ ਪੱਥਰ ਲਿਆ ਕੇ ਤੁਸੀਂ ਗੁਰਦੁਆਰਿਆਂ ਤੇ ਲਾ ਦਿਓ। ਔਰ ਜਿਹੜੇ ਤੁਹਾਡੇ ਜਿਹੜੇ ਸਿੱਖ ਇੰਸਟੀਟਿਊਸ਼ਨ ਨੇ, ਮੈਨੂੰ ਯਾਦ ਹੈ ਮੈਂ 92 ਦਾ ਖਾਲਸਾ ਕਾਲਜ ਦਾ ਪਾਸ ਆਊਟ ਹਾਂ ਤੇ ਮੈਂ ਇੱਥੇ ਆਪਣਾ ਜਨਕਪੁਰੀ ਸਿੱਖ ਇੰਸਟੀਟਿਊਸ਼ਨ 'ਚ ਸਾਰੀ ਸਕੂਲਿੰਗ ਹੋਈ ਹੈ। ਉਦੋਂ ਲੋਕੀ ਤਰਸਦੇ ਸਨ ਕਿ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ 'ਚ ਕਿਸੇ ਤਰ੍ਹਾਂ ਐਡਮਿਸ਼ਨ ਹੋ ਜਾਏ, ਤੇ ਈਵਨ ਕਿ ਸੁੱਖ ਖਾਲਸਾ ਸਕੂਲ ਜਿਹੜਾ ਤਿਲਕ ਨਗਰ ਦਾ ਸਕੂਲ ਹੈ ਉਹ ਵੀ ਕਾਫੀ ਠੀਕ ਠਾਕ ਮੰਨਿਆ ਜਾਂਦਾ ਸੀ ਤੇ ਸਰਕਾਰੀ ਸਕੂਲਾਂ ਦੇ ਮੁਕਾਬਲੇ ਉਦੋਂ ਉਸ ਟਾਈਮ ਬਿਹਤਰ ਸੀ। ਲੇਕਿਨ ਅੱਜ ਦੀ ਤਰੀਕ 'ਚ ਸਾਡਾ ਮਿਆਦ ਕਿੰਨਾ ਗਿਰਿਆ ਹੈਗਾ। ਮੈਂ ਕਨਵਿਕਸ਼ਨ ਨਾਲ ਤਾਂ ਨਹੀਂ ਕਵਾਂਗਾ, ਗੁਰਦੁਆਰਾ ਕਮੇਟੀ ਦੇ ਉਹ ਮੈਂਬਰ ਸਾਹਿਬਾਨ ਜਿਹੜੇ ਐਜੂਕੇਸ਼ਨਲ ਇੰਸਟੀਟਿਊਸ਼ਨ ਚਲਾਉਂਦੇ ਨੇ, ਉਹ ਮੇਰੀ ਇਸ ਗੱਲ ਨੂੰ ਚੈਲੰਜ ਕਰਨ ਕਿ CBSE ਦਾ 10th ਦਾ ਜਿਹੜਾ ਰਿਜ਼ਲਟ ਹੈ ਔਰ CBSE ਦਾ ਜਿਹੜਾ 12th ਦਾ ਰਿਜ਼ਲਟ ਹੈ, ਜਿਹੜੇ ਤੁਹਾਡੇ ਸਕੂਲਾਂ ਦੇ ਰਿਜ਼ਲਟ ਨੇ, ਉਹਨਾਂ ਦੇ ਅੱਜ ਤੋਂ 1990 ਦੇ, ਸੰਨ 2000 ਦੇ ਤੇ ਸੰਨ 2010 ਦੇ ਤੇ ਸੰਨ 2020 ਦੇ ਰਿਜ਼ਲਟਸ ਕਢਵਾ ਕੇ ਦੇਖ ਲਓ ਤੇ ਤੁਹਾਨੂੰ ਆਪੇ ਪਤਾ ਚੱਲ ਜਾਏਗਾ ਕਿ ਇਹ ਡਿਕਲਾਈਨ ਆਇਆ ਹੈ ਕਿ ਨਹੀਂ ਆਇਆ ਹੈਗਾ। If I am wrong, let someone challenge this argument that the standard of education of Sikh institutions have gone down. ਤੁਸੀਂ ਦੂਜੇ ਪਾਸੇ ਜਿਹੜਾ ਹੈਗਾ ਕਿ ਇਹ ਡਿਪਰਾਈਵਡ ਸੁਸਾਇਟੀ ਜਿਹੜੀ ਮੰਨੀ ਜਾਂਦੀ ਹੈਗੀ ਹੈ, ਤੁਸੀਂ ਮੈਂ ਇਸ ਗੱਲ ਨੂੰ ਦੁਬਾਰਾ ਰਿਪੀਟ ਕਰਾਂਗਾ, ਦਿਸ ਇਜ਼ ਅ ਟੋਟਲ ਤਿਲਕ ਵਿਹਾਰ
ਹੈਜ਼ ਬੀਨ ਯੂਜ਼, ਤਿਲਕ ਵਿਹਾਰ ਨੂੰ ਇੱਕ ਟੂਲ ਦੀ ਤਰ੍ਹਾਂ ਇਸਤੇਮਾਲ ਕੀਤਾ ਗਿਆ ਹੈ ਇਲੈਕਸ਼ਨਸ ਵੇਲੇ। ਜੇ ਤੁਹਾਡਾ ਪਹਿਲਾ ਹੀ ਮਾਈਂਡਸੈਟ ਇਹ ਹੋਵੇਗਾ ਵੀ ਤੁਸੀਂ ਕਾਂਗਰਸ ਨੂੰ ਵੋਟਾਂ ਪਵਾਉਣੀਆਂ ਹੈਗੀਆਂ ਜਾਂ ਤੁਸੀਂ ਬਾਦਲ ਸਾਹਿਬ ਨੂੰ ਵੋਟਾਂ ਪਵਾਉਣੀਆਂ ਹੈਗੀਆਂ, ਦਿੱਲੀ ਗੁਰਦੁਆਰਾ ਕਮੇਟੀ ਵਿੱਚ ਜਦੋਂ ਦਿੱਲੀ ਗੁਰਦੁਆਰਾ ਕਮੇਟੀ ਦੀ ਜਦੋਂ ਇਲੈਕਸ਼ਨ ਹੁੰਦੀਆਂ ਨੇ ਤੇ ਪੰਜਾਬ ਭਵਨ ਸਾਰਾ ਭਰਿਆ ਹੋਇਆ ਹੁੰਦਾ ਹੈ। ਪੂਰਾ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਐਮਐਲਏ, ਜਿੰਨੇ ਐਸਜੀਪੀਸੀ ਮੈਂਬਰ ਉੱਥੇ, ਤੇ ਈਵਨ ਕਿ ਪੰਜਾਬ ਪੁਲਿਸ ਦੇ ਜਿਹੜੇ ਵੱਡੇ ਵੱਡੇ ਅਫਸਰ, ਤਾਂ ਉਹ ਸਾਰੇ ਇੱਥੇ ਦਿੱਲੀ ਪੰਜਾਬ ਭਵਨ ਹੁੰਦੇ ਨੇ। ਤੇ ਰਾਤ ਨੂੰ ਇੱਥੇ ਪੂਰੀ ਸ਼ਰਾਬ ਦੀ ਵਰਤੋਂ ਵੀ ਹੁੰਦੀ ਆ। ਤੁਸੀਂ ਅਕਾਲੀ ਦਲ ਵਿੱਚ ਕਿਵੇਂ ਸਰਵਾਈਵ ਕਰਨਾ ਹੈਗਾ, ਬਾਦਲ ਸਾਹਿਬ ਦੇ ਅਕਾਲੀ ਦਲ 'ਚ ਕਿਵੇਂ ਸਰਵਾਈਵ ਕਰਨਾ ਹੈਗਾ, ਤੁਸੀਂ ਕਾਂਗਰਸ ਵਿੱਚ ਕਿਵੇਂ ਸਰਵਾਈਵ ਕਰਨਾ ਹੈਗਾ, ਤੁਸੀਂ ਵੱਡੇ ਵੱਡੇ ਦਿੱਲੀ ਸਰਕਾਰ ਤੋਂ ਟੈਂਡਰ ਕਿਵੇਂ ਲੈਣੇ ਹੈਗੇ ਆ, ਵੱਡੇ 5 ਸਟਾਰ ਹੋਟਲਾਂ ਦੇ ਟੈਂਡਰ ਕਿਵੇਂ ਲੈਣੇ ਆ, ਤੁਸੀਂ ਕਾਮਨਵੈਲਥ ਗੇਮਸ ਵਿੱਚ ਤੁਸੀਂ ਕਰੋਕਰੀ ਦੇ, ਕੈਟਰਿੰਗ ਦੇ ਟੈਂਡਰ ਕਿਵੇਂ ਲੈਣੇ ਹੈਗੇ ਆ। ਜੇ ਤੁਸੀਂ ਕਾਂਗਰਸ ਨੂੰ ਨਾਰਾਜ਼ ਕਰਦੇ ਹੈਗੇ ਹੋ ਤੇ ਤੁਹਾਨੂੰ ਇਹ ਜਿਹੜਾ ਹੈਗਾ ਇਹ ਸਾਰਾ ਕੁਝ ਤੁਹਾਨੂੰ ਪੋਲੀਟੀਕਲ ਪੈਟਰਨੇਜ ਜਿਹੜੀ ਹੈ ਉਹ ਤੁਹਾਡੇ ਬਿਜ਼ਨਸ ਵਿੱਚ ਤੁਹਾਨੂੰ ਨਹੀਂ ਮਿਲੇਗੀ। ਗੁਰਦੁਆਰੇ ਦੇ ਪ੍ਰਧਾਨ ਵੀ ਹੈਗੇ ਨੇ, ਇਹਨਾਂ ਨੇ ਮੈਨੂੰ ਜਦੋਂ ਆਪਣੀ ਗੱਲ ਹੋ ਰਹੀ ਸੀ ਪਿਛਲੇ 4-5 ਦਿਨ ਪਹਿਲਾਂ, ਤੇ ਇਹਨਾਂ ਨੇ ਮੈਨੂੰ ਦੱਸਿਆ ਸੀ ਕਿ ਜਿਹੜੀ ਵਿਡੋ ਇੱਥੇ ਪੈਨਸ਼ਨ ਲੈਣ ਵੀ ਜਾਂਦੀਆਂ ਨੇ ਨਾ, ਉਹਨਾਂ ਨੂੰ ਵੀ ਅਕਾਊਂਟ 'ਚ ਟ੍ਰਾਂਸਫਰ ਨਹੀਂ ਹੁੰਦਾ, ਉਹਨਾਂ ਨੂੰ ਵੀ ਲੈਣ ਜਾਣਾ ਪੈਂਦਾ, ਜਿਹਦੇ ਵਿੱਚ ਉਹਨਾਂ ਦੇ 200 ਰੁਪਏ ਖਰਚ ਹੋ ਜਾਂਦੇ ਨੇ, ਤੇ ਕਈ ਵਾਰੀ ਤੇ ਭਾਣ ਵੀ ਦੇ ਦਿੱਤੀ ਜਾਂਦੀ ਹੈ, ਚੇਨ ਦਿੱਤੀ ਜਾਂਦੀ ਹੈ ਜੀ। ਮੈਂ ਚਾਹਾਂਗਾ ਥੋੜਾ ਇਸ ਬਾਰੇ ਤੁਸੀਂ ਦੱਸੋ। ਇਹ ਬਹੁਤ ਦੁੱਖ ਭਰੀ ਗੱਲਾਂ ਹੈਗੀਆਂ। ਅਸੀਂ ਇਸ ਚੀਜ਼ ਨੂੰ ਦੱਸ ਕੇ ਨਾ ਹਰ ਮੀਡੀਆ ਵਿੱਚ ਇਹ ਗੱਲਾਂ ਕਹੀ ਹਨ, ਪਰ ਇਹਨਾਂ ਨੂੰ ਕੋਈ ਸਮਝ ਹੀ ਨਹੀਂ ਹੈਗੀ ਕਿ ਸਾਡਾ ਦਰਦ ਕੀ ਹੈਗਾ। ਜਿਹੜੀ ਮਾਤਾਵਾਂ ਉਸ ਟਾਈਮ ਉਹਨਾਂ ਦੀ ਉਮਰ 30 ਸਾਲ ਸੀ ਜਾਂ 35 ਸਾਲ ਸੀ, ਅੱਜ ਉਹ 70 ਪਲੱਸ ਕਰ ਗਈਆਂ ਨੇ। ਤੇ 70 ਪਲੱਸ ਜਿਹੜੀ ਜਿਨ੍ਹਾਂ ਨੇ ਇੰਨਾ ਦੁੱਖ ਹੰਡਾਇਆ ਹੋਵੇ ਆਪਣੀ ਜ਼ਿੰਦਗੀ ਵਿੱਚ, ਜਿਹਦੇ ਬੇਟੇ ਉਹਨਾਂ ਦੇ ਸਾਹਮਣੇ ਟਾਇਰ ਪਾ ਕੇ ਜਲਾਏ ਗਏ ਹੋਣ ਔਰ ਉਹਦੇ ਪਤੀ ਨੂੰ ਜਿੰਦਾ ਸਾੜਿਆ ਗਿਆ ਹੋਵੇ, ਤੇ ਐਸੀ ਮਾਂ, ਐਸੀ ਪਤਨੀ ਉਹਨੇ ਕਿਸ ਤਰ੍ਹਾਂ ਆਪਣਾ ਜੀਵਨ ਬਤੀਤ ਕੀਤਾ ਹੋਵੇਗਾ। ਇਹ ਤੇ ਉਹੀ ਗੱਲ ਹੈਗੀ, ਜਿਸ ਤਨ ਲਾਗੇ ਸੋ ਤਨ ਜਾਣੇ। ਕਿੰਨੀ ਪੈਨਸ਼ਨ ਦਿੰਦੇ ਜਿਹੜੀ ਇੱਥੇ ਵਿਡੋ? 1250 ਰੁਪਏ, ਪਹਿਲਾਂ 1000 ਸੀ, 1250 ਰੁਪਏ ਪਿਛਲੀ ਵਾਰੀ ਜਿਹੜੀ ਕਮੇਟੀ ਬਣੀ ਸੀ ਉਹਦੇ ਵਿੱਚ ਬਿਲਕੁਲ ਲੈਣ। ਅਸੀਂ ਕਈ ਵਾਰੀ ਇੱਥੇ ਸਿਰਸਾ ਵੀ ਆਏ ਹਨ, ਅਸੀਂ ਕਿਹਾ ECS ਦੁਆਰਾ ਤੁਸੀਂ ਬੈਂਕਾਂ 'ਚ ਭੇਜੋ, ਸਾਰੀ ਜਿਹੜੀ ਵਿਡੋ ਜਾਂ ਹੈਗੀ ਆ ਉਹਨਾਂ ਦਾ ਜਿਹੜਾ ਹੈਗਾ ਬੈਂਕ ਖਾਤਾ ਨੰਬਰ ਇਹਨਾਂ ਦੇ ਕੋਲ ਹੈ। ਅਗਰ ਇਹ ਚਾਹਣ ਤੇ ECS ਦੁਆਰਾ ਇਹਨਾਂ ਦਾ ਸਿੱਧਾ ਬੈਂਕ ਖਾਤੇ ਚਾਹਣ ਤੇ ਬੈਂਕ ਵਿੱਚ ਕਢਾ ਕੇ ਆਪਣੇ ਪਰਿਵਾਰ, ਪਰ ਉਹ ਸਿਰਫ ਇਹ ਚੀਜ਼ ਦਿਖਾਣਾ ਚਾਹੁੰਦੇ ਹਨ ਕਿ ਅਸੀਂ ਪੈਨਸ਼ਨ ਵੰਡਦੇ ਹਾਂ। ਉੱਥੇ ਭੀੜ ਦਿਖਾਣਾ ਚਾਹੁੰਦੇ ਹਨ ਕਿ ਵਿਡੋ ਜਾਂ ਦੇਖ ਲਓ ਜੀ ਅਸੀਂ ਪੈਨਸ਼ਨ, ਉਹਨਾਂ ਦੀ ਵੀਡੀਓਗ੍ਰਾਫੀ ਬਣਾ ਕੇ ਉਹ ਫਿਰ ਅਪਲੋਡ ਕਰਦੇ ਨੇ। ਜਿਹੜੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਉਹਨਾਂ ਦੀ ਇੱਕ ਚੈਨਲ ਜਾਂ ਜੋ ਵੀ ਉਹਨਾਂ ਨੇ ਵੈਬਸਾਈਟ ਬਣਾਈ ਹੈ, ਉਹਦੇ 'ਤੇ ਦਿਖਾਉਂਦੇ ਨੇ ਲੋਕਾਂ ਨੂੰ ਕਿ ਦੇਖੋ ਜੀ ਅਸੀਂ ਨਹੀਂ। ਤੇ ਅਸਲੀਅਤ ਵਿੱਚ ਜਿਹੜਾ ਇਹਨਾਂ ਨੂੰ ਦੁੱਖ ਹੈਗਾ, ਤੇ ਸਾਡੇ ਜਿਹੜੇ ਬੱਚੇ ਹੈਗੇ, ਅਸੀਂ ਬਾਰ-ਬਾਰ ਇਹ ਕਹਿ ਰਹੇ ਹਾਂ ਕਿ ਜਿਹੜੇ ਸਾਡੇ ਬੱਚੇ ਹਨ, ਜਦ ਤੱਕ ਉਹ ਪੜ੍ਹਨਗੇ ਲਿਖਣਗੇ ਨਹੀਂ ਤੇ ਬਣਨਗੇ ਕੀ, ਇਹ ਗੱਲ ਇੰਪੋਰਟੈਂਟ ਹੈਗੀ। ਇਹ ਨਹੀਂ ਹੈਗੇ DSGMC ਦੇ ਪ੍ਰਧਾਨਾਂ ਵੱਲੋਂ ਜਾਂ ਕਦੀ ਉਹਨਾਂ ਨੇ ਇਸ ਚੀਜ਼ ਲਈ ਕੁਝ ਕਰਨ ਦੀ ਤੁਹਾਡੇ ਨਾਲ ਕਦੀ ਗੱਲ ਕੀਤੀ ਹੈ? ਕਦੀ ਇਹਨਾਂ ਨੇ ਕੋਈ ਇੱਦਾਂ ਦਾ ਪ੍ਰੋਗਰਾਮ ਉਲੀਕਿਆ ਕਿ ਹਾਂ ਵੀ ਅਸੀਂ ਇਹਨਾਂ ਨੌਜਵਾਨਾਂ ਨੂੰ ਕੋਈ ਸਿੱਖ ਬਿਜ਼ਨਸਮੈਨ ਜਿਹੜੇ ਤਨਾਟ ਹੈਗੇ ਉਹਨਾਂ ਨਾਲ ਜੋੜਾਂਗੇ, ਕੋਈ ਸਕਿੱਲ ਪ੍ਰੋਗਰਾਮ ਨਾਲ ਜੋੜਾਂਗੇ? ਗੱਲ ਇੱਥੇ ਹੈ ਕਿ ਹਮਕੋ ਹੈ ਵਫਾ ਕੀ ਉਮੀਦ ਉਨਸੇ ਜੋ ਨਹੀਂ ਜਾਣਤੇ ਵਫਾ ਕਿਆ ਹੈ। ਜੇ ਬੀਬੀ ਜਗੀਰ ਕੌਰ 1 ਕਰੋੜ ਰੁਪਇਆ ਹਾਕੀ ਪਲੇਅਰਾਂ ਵਾਸਤੇ ਦੇ ਸਕਦੀ ਹੈ ਤੇ ਆਪਣੀ ਕੌਮ ਦੇ ਬਸ਼ਿੰਦਿਆਂ ਨੂੰ ਕਿਉਂ ਨਹੀਂ ਦੇ ਸਕਦੀ? ਇੱਥੇ ਉਹ ਕਿਉਂ ਨਹੀਂ ਵਿਜ਼ਿਟ ਕਰ ਸਕਦੇ ਜੇ ਗੁਰਦੁਆਰੇ ਸੋਨਾ ਲੱਗ ਸਕਦਾ ਹੈ? ਵੀਰ ਜੀ ਨੇ ਜਿਹੜੀ ਗੱਲ ਕਹੀ ਕਿ 10 ਕਿਲੋਮੀਟਰ ਦੂਰ ਅਸੀਂ ਬੈਠੇ ਹਾਂ, ਕਿ ਅਸੀਂ ਸਿੱਖ ਨਹੀਂ ਹੈਗੇ, ਅਸੀਂ ਕੁਰਬਾਨੀਆਂ ਨਹੀਂ ਦਿੱਤੀਆਂ। ਸਾਡੇ ਬੱਚੇ ਇੱਥੇ ਜਿਹੜੇ ਉਜੜ ਰਹੇ ਨੇ ਉਹਨਾਂ ਨੂੰ ਐਜੂਕੇਸ਼ਨ ਹੀ ਮੰਗ ਰਹੇ ਹਨ ਨਾ, ਅਸੀਂ ਉਹਨਾਂ ਦੇ ਕੋਲ ਕੋਈ ਧਨ ਨਹੀਂ ਮੰਗ ਰਹੇ, ਕੋਈ ਕੁਝ ਨਹੀਂ ਮੰਗ ਰਹੇ। ਹਰ ਵਾਰੀ ਇਲੈਕਸ਼ਨ ਤੇ ਇੱਥੇ ਵਾਅਦਾ ਕਰਕੇ ਜਾਂਦੇ ਨੇ ਅਸੀਂ 84 ਦੇ ਬੱਚਿਆਂ ਨੂੰ ਸਾਂਭਾਂਗੇ, 84 ਦੇ ਬੱਚਿਆਂ ਨੂੰ ਸਾਂਭਾਂਗੇ, ਪਰ 36 ਸਾਲਾਂ ਦੇ ਵਿੱਚ ਇੱਕ ਵੀ ਪ੍ਰੋਗਰਾਮ ਕੋਟ ਨਹੀਂ ਕਰ ਸਕਦੇ। ਤੁਸੀਂ ਜਿਹੜੀ ਗੱਲ ਕਹਿ ਰਹੇ ਬਿਲਕੁਲ ਠੀਕ ਹੈ, ਸੋਨੇ ਚੜਾਈ ਜਾਂਦੇ ਹੋ, ਸੋਨਾ ਤੇ ਸਾਡਾ ਪਰਿਵਾਰ ਹੈ, ਸੋਨਾ ਸਿੱਖੀ ਹੈਗਾ ਔਰ ਸਿੱਖੀ ਦੀ ਸੰਭਾਲ ਹੈ ਨਹੀਂ। ਤੁਸੀਂ ਇੱਕ ਪੱਥਰ ਲਗਾਈ ਜਾਂਦੇ ਹੋ, ਉੱਥੇ ਸੋਨਾ ਲਗਾਈ ਜਾਂਦੇ ਹੋ। ਕਿ ਗੁਰੂ ਮਹਾਰਾਜ ਨੇ ਕਿਹਾ ਸੀ ਕਿ ਬਈ ਤੁਸੀਂ ਸੋਨੇ ਵਿੱਚ ਮੈਨੂੰ ਬਿਠਾਓ। ਇੱਕ ਗੱਲ ਜਸਨੀਤ ਸਿੰਘ ਜੀ, ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗਾ। ਇੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਜਿਹੜਾ 84 ਦੇ ਦੰਗਿਆਂ ਦੇ ਨਾਂ ਤੇ ਜਿਹੜਾ ਮੈਮੋਰੀਅਲ ਬਣਿਆ, ਅਸੀਂ ਉੱਥੇ ਆਪਣਾ ਇਤਿਹਾਸ ਦੱਸਣ ਤੋਂ ਨਕਾਰ ਰਹੇ ਹਾਂ। ਅਸੀਂ ਆਪਣਾ ਇਤਿਹਾਸ ਹੀ ਨਹੀਂ ਦੱਸ ਰਹੇ ਹਾਂ। ਜੇ ਤੁਸੀਂ ਉਹ ਮੈਮੋਰੀਅਲ ਦੇਖੋਗੇ, ਪਹਿਲਾਂ ਤਾਂ ਉਹ ਮੈਮੋਰੀਅਲ ਦਾ ਕੋਈ ਸਾਈਨ ਬੋਰਡ ਨਹੀਂ ਹੈ। ਉਹ ਪਿੱਛੇ ਜਾ ਕੇ ਜਿਹੜੇ ਲੰਗਰ ਹਾਲ ਦੇ ਨਾਂ ਤੇ ਜਿਹੜਾ ਕਿਰਾਏ ਤੇ ਦਿੰਦੇ ਨੇ ਵਿਆਹ ਸ਼ਾਦੀਆਂ ਲਈ, ਉਹਦੇ ਸਾਈਡ ਤੇ ਜਾ ਕੇ ਉਹ ਜਿਹੜਾ ਮੈਮੋਰੀਅਲ ਬਣਾਇਆ।
ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜਿਹੜੀ ਲੈਕ ਆਫ ਪੋਲੀਟੀਕਲ ਵਿਲ ਦੀ ਗੱਲ ਹੋਈ ਹੈ। ਹੁਣ ਪੋਲੀਟੀਕਲ ਵਿਲ ਇਹਨਾਂ ਦੀ ਕੀ ਕਹਿ ਰਹੀ ਹੈ? ਪੋਲੀਟੀਕਲ ਵਿਲ ਇਹ ਕਹਿ ਰਹੀ ਹੈ ਕਿ ਜਦੋਂ ਮੈਮੋਰੀਅਲ, ਜਦੋਂ ਯਾਦਗਾਰ ਅਸੀਂ ਬਣਾਉਣੀ ਹੈ ਤੇ ਉਹਦਾ ਨੀਂਹ ਪੱਥਰ ਜਿਹੜਾ ਅਸੀਂ ਬਾਦਲ ਸਾਹਿਬ ਤੋਂ ਲਿਖਾਵਾਂਗੇ। ਮਤਲਬ ਇਹ ਇੱਕ ਕਿੰਨੀ ਸ਼ਰਮ ਵਾਲੀ ਗੱਲ ਹੈ ਬਈ ਇੰਨਾ ਕਤਲੇਆਮ ਹੋਇਆ, ਉਸ ਯਾਦਗਾਰ ਨੂੰ ਵੀ ਪੋਲੀਟੀਕਲੀ ਐਨਕੈਸ਼ ਕਰ ਰਹੇ ਨੇ ਕਿ ਉੱਥੇ ਜਿਹੜਾ ਪਲਾਕ ਲੱਗਿਆ ਹੈਗਾ, ਮੈਟਲ ਦਾ ਜਿਹੜਾ ਫਾਊਂਡੇਸ਼ਨ ਸਟੋਨ ਲੱਗਿਆ ਹੈਗਾ, ਉਹਦੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਉਹਨਾਂ ਦੇ ਬੇਟੇ ਸੁਖਬੀਰ ਸਿੰਘ ਬਾਦਲ ਬਤੌਰ ਅਕਾਲੀ ਦਲ ਪ੍ਰਧਾਨ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਬਤੌਰ ਮੁੱਖ ਮੰਤਰੀ ਪੰਜਾਬ ਉਹ ਪੱਥਰ ਲੱਗ ਰਿਹਾ ਹੈ। ਕਿ ਉਹ ਨੀਂਹ ਪੱਥਰ ਕੀ ਦਿੱਲੀ ਦੇ ਮੁੱਖ ਮੰਤਰੀ ਨੂੰ ਬੁਲਾ ਕੇ ਨਹੀਂ ਸੀ ਉਹਦੇ ਕੋਲੋਂ ਰਖਵਾਇਆ ਜਾ ਸਕਦਾ, ਜਾਂ ਕਿਸੇ ਗੈਰ ਸਿਆਸੀ ਜਾਂ ਕਿਸੇ ਲੈਫਟੀਨੈਂਟ ਗਵਰਨਰ ਜਾਂ ਗਵਰਨਰ ਕੋਲੋਂ ਰਖਵਾ ਕੇ ਨਹੀਂ ਸੀ? ਜਾਂ ਐਡਾ ਵੱਡਾ ਕਤਲੇਆਮ ਹੋਇਆ ਹੈ ਜਿਹੜਾ ਕਿ ਗਲੋਬਲ ਹਿਸਟਰੀ 'ਚ ਹੈ ਕਿ ਰਾਸ਼ਟਰਪਤੀ ਨੂੰ ਸੱਦਾ ਨਹੀਂ ਸੀ ਦਿੱਤਾ ਜਾ ਸਕਦਾ। ਇਹਦੇ ਤੇ ਵੀ ਉਹਨਾਂ ਨੇ ਜਦੋਂ ਆਪਣੀ ਸਿਆਸਤੀ ਰੋਟੀਆਂ ਸੇਕਦੇ ਨੇ, ਉੱਪਰ 5 ਜਥੇਦਾਰਾਂ ਦੇ ਨਾਂ ਲਿਖੇ ਨੇ ਤੇ ਉਹਨਾਂ ਕੀ ਰਹਿਣ ਦਿੰਦੇ। ਤੇ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਜਿੱਥੇ ਉਹਨਾਂ ਨੇ ਪੋਲੀਟੀਕਲ ਵਿਲ ਰੱਖਣੀ ਹੁੰਦੀ ਹੈ ਆਪਣੇ ਸਿਆਸੀ ਆਪਣੇ ਪਰਸਨਲ ਮੋਟਿਵ ਲਈ, ਉੱਥੇ ਉਹ ਪੋਲੀਟੀਕਲ ਵਿਲ ਦਿਖਾਉਂਦੇ ਨੇ। ਇਹ ਜਿੱਥੇ ਉਹਨਾਂ ਨੂੰ ਲੱਗਦਾ ਬਈ ਉੱਥੇ ਸਾਡੀ ਪੋਲੀਟੀਕਲ ਵਿਲ ਜਿਹੜੀ ਹੈ ਉਹ ਸਾਡੀ ਜੇਬਾਂ ਖਾਲੀ ਕਰੇਗੀ, ਉਹ ਸਾਨੂੰ ਪੋਲੀਟੀਕਲੀ ਡਿਪਰਾਈਵ ਕਰੇਗੀ, ਉਹ ਸਾਨੂੰ ਕਾਂਗਰਸ ਦੀ ਗੁੱਡ ਬੁੱਕਸ ਤੋਂ ਹਟਾਏਗੀ, ਉਹ ਸਾਨੂੰ ਬਾਦਲ ਸਾਹਿਬ ਦੀ ਗੁੱਡ ਬੁੱਕਸ ਤੋਂ ਹਟਾਏਗੀ। ਇਹ ਇਤਿਹਾਸ ਆਪ ਹੀ ਦੱਸਣ ਲਈ ਰਾਜੀ ਨਹੀਂ ਹੈ। ਉਹ ਪੂਰੇ ਮੈਮੋਰੀਅਲ ਕਿਤੇ ਨਹੀਂ ਲਿਖਿਆ ਹੋਇਆ, ਕਿਤੇ ਮਿਸਿਸ ਗਾਂਧੀ ਦਾ ਨਾਂ ਨਹੀਂ ਹੈਗਾ ਕਿ ਇਹ ਮਿਸਿਸ ਗਾਂਧੀ ਦੀ ਪੋਲੀਟੀਕਲ ਕਿਲਿੰਗ ਹੋਈ ਸੀ। ਕਿਲਿੰਗ ਤੋਂ ਬਾਅਦ ਜਿਸ ਤਰ੍ਹਾਂ ਦੰਗੇ ਹੋਏ ਸੀ, ਇਹਦੇ 'ਚ ਕਿਹੜੀ ਪੋਲੀਟੀਕਲ, ਉਹਦੇ ਤੇ ਇਹ ਲਿਖਿਆ ਕਿ ਫਾਲੋਅਰਸ ਆਫ ਅ ਪੋਲੀਟੀਕਲ ਪਾਰਟੀ ਰਿਸੋਰਟਡ ਟੂ ਰਾਈਟਸ, ਇਨਸਟੈਡ ਆਫ ਰਾਈਟਿੰਗ ਟੂ ਦ ਕਾਂਗਰਸ। ਤੁਸੀਂ ਸਿੱਧਾ ਕਿਉਂ ਨਹੀਂ ਕਹਿੰਦੇ ਹੋ ਬਈ ਜਿਹੜਾ ਕਾਂਗਰਸ ਦੇ ਜਿਹੜੇ ਵਰਕਰ ਨੇ ਉਹਨਾਂ ਨੇ ਸਿੱਧਾ ਉਹਨਾਂ ਦਾ ਨਾਂ ਨਹੀਂ ਤੁਸੀਂ ਲਿਖਦੇ ਹੈਗੇ ਹੋ? ਤੁਸੀਂ ਲੇਟੈਸਟ ਦੇਖੋ, ਤੁਸੀਂ ਉੱਥੇ FIR ਦੀ ਕਾਪੀਆਂ ਨਹੀਂ ਲਾਉਂਦੇ ਹੈਗੇ ਹੋ ਕਿ ਕਿੰਨੀਆਂ FIRs ਉਹ ਲੌਜ ਹੋਈਆਂ ਸੀ। ਤੁਸੀਂ ਉੱਥੇ ਕੋਈ ਡਾਕੂਮੈਂਟੇਸ਼ਨ ਨਹੀਂ ਕਰਦੇ ਹੋ। ਵਿਦਆਊਟ ਐਨੀ ਡਾਕੂਮੈਂਟੇਸ਼ਨ ਤੁਸੀਂ ਉੱਥੇ ਆਪਣੇ ਨਾਂ ਦਾ ਇੱਕ ਨੀਂਹ ਪੱਥਰ ਰੱਖ ਕੇ ਫਾਰਮੈਲਿਟੀ ਸੇਕ, ਔਰ ਤੁਸੀਂ ਪੱਥਰਾਂ ਤੇ ਸਿਰਫ ਇੱਕ ਨਾਮ ਲਿਖ ਕੇ ਬਈ ਇਹਨਾਂ 1000 ਤੋਂ ਉੱਪਰ ਇੰਨੇ ਲੋਕਾਂ ਦੀ ਜਿਹੜੀ ਉੱਥੇ ਜਿਹੜੇ ਸ਼ਹੀਦ ਹੋਏ ਸੀ ਜਿਹੜੇ 84 ਤੇ ਉੱਥੇ ਆ ਕੇ ਤੁਸੀਂ ਉਹਨੂੰ ਫੁੱਲ ਸਟਾਪ ਲਾ ਦਿੰਦੇ ਹੋ। ਇਹ 84 ਦਾ ਜਿਹੜਾ ਸਾਰਾ ਕਤਲੇਆਮ ਜਿਹੜਾ ਹੋਇਆ ਸੀ, ਬਤੌਰ ਅਸੀਂ ਇਹਨੂੰ ਜੈਨੋਸਾਈਡ ਵੀ ਕਹਿੰਦੇ ਹਾਂ, ਅਸੀਂ ਇਹਨੂੰ ਕਤਲੇਆਮ ਵੀ ਕਹਿੰਦੇ ਹਾਂ। ਤੇ ਇਹ ਜੈਨੋਸਾਈਡ ਦਾ ਜਿਹੜਾ ਉੱਥੇ ਮੈਮੋਰੀਅਲ ਬਣਿਆ ਹੈਗਾ ਉਹ ਤੁਹਾਡਾ ਸਾਡੇ ਸਾਹਮਣੇ ਹੈ। ਤੇ ਇਹ ਗੱਲ ਇਹਦੇ 'ਚ ਮੈਂ ਇਹ ਗੱਲ ਕਹਿਣਾ ਚਾਹਾਂਗਾ ਜਿਹੜੀ ਮੈਂ ਤੁਹਾਨੂੰ ਸਾਰੀ ਦੱਸੀ ਹੈ ਬਈ ਕਿਸ ਤਰ੍ਹਾਂ ਜਿਹੜਾ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਬਾਦਲ ਦੇ ਨਾਂ ਤੇ ਜਿਹੜਾ ਉੱਥੇ ਨੀਂਹ ਪੱਥਰ ਰੱਖਿਆ ਗਿਆ। ਚਾਹੇ ਮੈਮੋਰੀਅਲ ਸਾਂਭਣ ਦੀ ਗੱਲ ਹੋਵੇ ਤੇ ਚਾਹੇ 84 ਕਤਲੇਆਮ ਦੇ ਵਿਕਟਿਮ ਸਾਂਭਣ ਦੀ ਗੱਲ ਹੋਵੇ, ਓਨਾ ਹੀ ਸਾਂਭਿਆ ਜਾਂਦਾ ਹੈ ਜਿੰਨੀ ਪੋਲੀਟੀਕਲੀ ਉਹਨਾਂ ਨੂੰ ਓਪਰਚੁਨਿਜ਼ਮ ਲਈ ਹੈਲਪ ਹੋਵੇ। सो आखिर में मैं इतना ही कहना चाहूँगा, हमें तो एक याद दहानी देनी थी, कड़वा ये सच बताना था, तू माने ना माने अपनी थी गर्ज सुनाने की। विद कैमरामैन स्वरण एंड शिवानी, जसनीत सिंह, सिख न्यूज़ एक्सप्रेस, तिलक विहार, नवी दिल्ली। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।